ਸਾਡੇ ਜਿਹੜੇ ਹੁਕਮਰਾਨ ਜਾਂ ਸਿਆਸਤਦਾਨ ਹੈਗੇ ਨੇ, ਜੋ ਵਾਅਦੇ ਜੋ ਗੱਲਾਂ ਉਹ ਚੋਣ ਲੜਨ ਦੇ ਮੌਕੇ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਕਰਦੇ ਨੇ ਔਰ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਦੇ ਵਿੱਚ ਕੋਈ ਮੇਲ ਨਹੀਂ ਰਹਿ ਜਾਂਦਾ। ਇਹ ਸਾਰੀਆਂ ਸਿਆਸੀ ਪਾਰਟੀਆਂ ਦਾ ਅਸੀਂ ਵਰਤਾਰਾ ਦੇਖ ਲਿਆ ਹੈ। ਚਾਹੇ ਬਾਦਲਾਂ ਦੀ ਸਰਕਾਰ ਰਹੀ ਹੋਵੇ, ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਹੋਵੇ, ਜਾਣੀ ਜਦੋਂ ਤਾਰਾਂ ਜਾ ਕੇ ਬਾਬੇ ਦੇ ਡੇਰੇ ਵੱਲ ਜੁੜਦੀਆਂ ਹਨ ਤਾਂ ਚਾਹੇ ਬਾਦਲ ਹੈ ਚਾਹੇ ਕੈਪਟਨ ਹੈ, ਦੋਨੇ ਹੀ ਚੁੱਪੀ ਧਾਰ ਜਾਂਦੇ ਇਸ ਮੁੱਦੇ ਤੇ। ਜਿਹੜੀਆਂ ਦੋ ਮੁੱਖ ਜਮਾਤਾਂ ਨੇ, ਚਾਹੇ ਉਹ ਹੁਕਮਰਾਨ ਪਾਰਟੀ ਹੈਗੀ ਹੈ ਜਿਹੜੀ ਪੰਜਾਬ 'ਚ ਰਾਜ ਕਰ ਰਹੀ ਹੈ ਤੇ ਜਾਂ ਉਹ ਪਾਰਟੀ ਜਿਹੜੀ ਪੰਜਾਬ 'ਚ 10 ਸਾਲ ਰਾਜ ਕਰ ਚੁੱਕੀ ਹੈ, ਮੇਰੇ ਖਿਆਲ ਏਜੰਡਾ ਦੋਨਾਂ ਦਾ ਇਹੋ ਹੀ ਹੈ ਕਿ ਇਹਨੂੰ ਖੂਹ ਖਾਤੇ ਪਾਓ। ਪੰਜਾਬ ਦੇ ਲੋਕਾਂ ਨੂੰ ਇਹ ਉਮੀਦਾਂ ਸੀਗੀਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੇਅਦਬੀ ਮਾਮਲੇ ਦੇ ਵਿੱਚ ਨਿਆਂ ਦੇਵੇਗੀ, ਪਰ 4 ਸਾਲ ਸਮਾਂ ਨਿਕਲ ਗਿਆ। ਹੁਣ ਹਾਈ ਕੋਰਟ ਨੇ ਜਿਹੜੀ ਕੋਟਕਪੂਰ ਵਾਲੇ ਮਾਮਲੇ ਦੇ ਵਿੱਚ ਸਿੱਟ ਬਣਾਈ ਸੀ, ਉਹਦੀ ਰਿਪੋਰਟ ਆ ਜਿਹੜੀ ਰੱਦ ਕਰ ਦਿੱਤੀ ਆ। ਹੁਣ ਤੁਸੀਂ ਇਹ ਸਮਝ ਗਏ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਜਿਹੜਾ ਫੈਸਲਾ ਆਇਆ, ਇਸ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਕਿ ਇਸ ਸਾਲ ਵਿੱਚ ਲੋਕਾਂ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਆਸਥਾ ਰੱਖਣ ਵਾਲੇ ਲੋਕ ਨੇ, ਉਹਨਾਂ ਨੂੰ ਨਿਆਂ ਮਿਲਣ ਦੀ ਜਿਹੜੀ ਉਮੀਦ ਆ ਉਹ ਬਿਲਕੁਲ ਹੁਣ ਮੱਧਮ ਪੈ ਗਈ। ਉਹਨਾਂ ਨੂੰ ਨਿਆਂ ਨਹੀਂ ਦਿਖ ਰਿਹਾ ਜੀ। ਜਦੋਂ ਸਲਾਖਤਪੁਰੇ ਦੀ ਧਰਤੀ ਦੇ ਉੱਤੇ ਸਰਸੇ ਵਾਲੇ ਸੌਦੇ ਪਖੰਡੀ ਸਾਧ ਨੇ ਗੁਰੂ ਸਾਹਿਬ ਜੀ ਦਾ ਸਵਾਂਗ ਰਚਾਇਆ ਸੀ, ਉਸ ਤੋਂ ਬਾਅਦ ਪੰਥ ਨੇ ਉਹਨੂੰ ਸ਼੍ਰੀ ਅਕਾਲ ਤਖਤ ਵੱਲੋਂ ਛੇਕਿਆ ਗਿਆ ਔਰ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਉਹਦੇ ਨਾਲ ਕਿਸੇ ਕਿਸਮ ਦੀ ਸਾਂਝ ਨਹੀਂ ਰੱਖੇਗਾ। ਉਹਦੇ ਬਾਵਜੂਦ ਵੀ ਪੰਜਾਬ ਦੇ ਸਾਰੇ ਪੋਲੀਟੀਸ਼ੀਅਨ, ਸਾਰੀਆਂ ਧਿਰਾਂ ਦੇ ਉਹਦੇ ਡੇਰੇ 'ਚ ਗਏ ਵੋਟਾਂ ਮੰਗਣ ਲਈ। ਪਿਛਲਾ ਸਭਾ ਯਾਦ ਕਰੋ, ਜਦੋਂ ਇਹ ਬੇਅਦਬੀਆਂ ਹੋਈਆਂ ਸਨ, ਉਸ ਤੋਂ ਬਾਅਦ ਬਾਦਲ ਪਰਿਵਾਰ ਦਾ, ਬਾਦਲ ਸਰਕਾਰ ਨੂੰ ਲੋਕਾਂ ਨੇ ਮਤਲਬ ਮੂੰਹ ਲਾਉਣਾ ਬੰਦ ਕਰਤਾ ਸੀ। ਅੱਜ ਤੱਕ ਉਹ ਖਿਆਜਾ ਉਸ ਗੱਲ ਦਾ ਭੁਗਤ ਰਹੇ ਨੇ। 2 ਕਮਿਸ਼ਨ ਬਣ ਗਏ, 2 ਸਿੱਟਾਂ ਬਣ ਗਈਆਂ, ਨਤੀਜਾ ਕੁਛ ਨਹੀਂ ਨਿਕਲਿਆ। ਹਾਈ ਕੋਰਟ ਨੇ ਸਟੇ ਕਰ ਦਿੱਤਾ ਗਿਆ। ਇਹ ਬੜੀ ਗੱਲ ਸਪਸ਼ਟ ਹੈ, ਜਿੱਥੇ ਪੋਲੀਟੀਕਲ ਲੋਕ ਫਸਦੇ ਹੋਣ, ਜਿੱਥੇ ਬਿਊਰੋਕਰੇਟ ਲੋਕ ਫਸਦੇ ਹੋਣ, ਕੋਈ ਅਦਾਲਤ ਜਿਹੜੀ ਹੈ ਇਹੋ ਜਿਹੇ ਕੇਸਾਂ ਦੇ ਵਿੱਚ ਅੱਗੇ ਕੁਝ ਕਰਨ ਦਾ ਯਤਨ ਨਹੀਂ ਕਰੇਗੀ। ਪੰਜਾਬ ਦੀ ਧਰਤੀ ਦੇ ਉੱਤੇ ਸਭ ਤੋਂ ਗੱਲ ਮਮਤਾ ਬੈਨਰਜੀ ਦੀ ਹੁੰਦੀ ਹੈ ਵੀ ਜੋ ਇਕੱਲੀ ਐਡੀ ਵੱਡੀ ਧਿਰ ਦੇ ਨਾਲ ਲੜਾਈ ਲੜ ਸਕਦੀ ਹੈ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਇਹਨਾਂ ਆਗੂਆਂ ਨੇ ਜੋ ਕੁਝ ਕੀਤਾ ਉਹ ਸਭ ਦੇ ਸਾਹਮਣੇ ਹੈ। ਕੋਈ ਤੀਜੀ ਧਿਰ ਜੇ ਪੰਜਾਬ 'ਚ ਸਥਾਪਿਤ ਹੁੰਦੀ ਹੈ, ਮੈਨੂੰ ਲੱਗਦਾ ਅਗਲੇ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਦੋਨੇ ਤਿੰਨੇ ਰਵਾਇਤੀ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਜਿਹੜਾ ਫੈਸਲਾ ਲਿਆ ਗਿਆ, ਵਿਸ਼ੇਸ਼ ਕਮੇਟੀ ਦੀ ਜਿਹੜੀ ਰਿਪੋਰਟ ਰੱਦ ਕੀਤੀ ਗਈ ਹੈ, ਉਹਦੇ ਨਾਲ ਪੰਜਾਬ ਦੇ ਰਾਜਸੀ ਤੇ ਧਾਰਮਿਕ ਹਲਕਿਆਂ ਦੇ ਵਿੱਚ ਹਲਚਲ ਮਚ ਗਈ ਹੈ। ਇਹ ਗੈਰ ਮਾਨਵੀ ਤੇ ਮੰਦਭਾਗੀ ਘਟਨਾ ਪੰਥਕ ਕਹਾਉਂਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ 'ਚ ਵਾਪਰੀ। ਜਦੋਂ ਕੁਝ ਨਾ ਹੋਇਆ ਤਾਂ ਪੰਜਾਬੀਆਂ ਨੇ ਬਾਦਲਾਂ ਨੂੰ ਘਰਾਂ ਨੂੰ ਤੋੜ ਦਿੱਤਾ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਵੀ ਬੇਅਦਬੀ ਦਾ ਮੁੱਦਾ ਹੈ, ਪਰ ਇਹ ਸਰਕਾਰ ਦਾ ਭਾਂਡਾ ਤਾਂ ਬਿਲਕੁਲ ਚਰਾਹੇ 'ਚ ਹੀ ਭੱਜ ਗਿਆ। ਹਾਕਮ ਧਿਰ ਦੇ ਸੀਨੀਅਰ ਨੇਤਾ ਨਵਜੋਤ ਸਿੱਧੂ ਨੇ ਬੁਰਜ ਜਵਾਹਰ ਸਿੰਘ ਵਾਲਾ ਜਾ ਕੇ ਚੇਚੇ ਤੌਰ ਤੇ ਬਗੈਰ ਨਾਂ ਲਿਆ ਕੈਪਟਨ ਅਮਰਿੰਦਰ ਨੂੰ ਇਸ ਗੱਲ ਦੇ ਲਈ ਚੁਣੌਤੀ ਦਿੱਤੀ ਹੈ ਕਿ ਜਿਹੜਾ ਗੁਰੂ ਦਾ ਨਹੀਂ ਹੋਇਆ ਉਹ ਪੰਜਾਬ ਦਾ ਕਿੱਥੋਂ ਹੋਏਗਾ। ਸਵਾਲ ਇਸ ਤੋਂ ਵੀ ਵੱਡਾ ਹੈ, 6 ਸਾਲ ਲੰਘ ਜਾਣ ਬਾਅਦ ਪੰਜਾਬੀ ਅੱਜ ਵੀ ਇਹ ਪੁੱਛ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਕੌਣ ਹਨ। ਕੀ ਇਹ ਵੀ ਸਹੀ ਹੈ ਕਿ ਇਨਸਾਫ ਦੇ ਨਾਂ ਦੇ ਉੱਤੇ ਬਹੁਤ ਕੁਝ ਹੁੰਦਾ ਰਿਹਾ, ਇਨਸਾਫ ਤਾਂ ਕਦੇ ਨਹੀਂ ਮਿਲਿਆ, ਪਰ ਇਹ ਜ਼ਰੂਰ ਹੈ ਕਿ ਕੁਝ ਪਰਿਵਾਰਾਂ ਦੇ ਮੱਥੇ ਤੇ ਰਾਜ ਤਿਲਕ ਜ਼ਰੂਰ ਲੱਗਦੇ ਰਹੇ। ਆਪਾਂ ਇਹਨਾਂ ਮੁੱਦਿਆਂ ਤੇ ਪਹਿਲਾਂ ਵੀ ਵੱਖ-ਵੱਖ ਨਜ਼ਰੀਏ ਤੋਂ ਮਹਿਮਾਨਾਂ ਦੇ ਨਾਲ ਬਹਿਸਾਂ ਕਰਵਾ ਚੁੱਕੇ ਹਾਂ। ਅੱਜ ਜਿਹੜਾ ਵਿਸ਼ੇਸ਼ ਪੈਨਲ ਇਸ ਮੁੱਦੇ ਤੇ ਸਾਡੇ ਨਾਲ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜਿਆ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸ ਦੇ ਸੀਨੀਅਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ, ਸਾਡੇ ਇਸ ਖਿੱਤੇ ਦੇ ਸੀਨੀਅਰ ਕਦਾਵਰ ਜਰਨਲਿਸਟ
ਹਰਕਮਲਜੀਤ ਸਿੰਘ, ਜਸਪਾਲ ਸਿੰਘ ਢਿੱਲੋਂ, ਜੈ ਸਿੰਘ ਛਿੱਬੜ, ਸਾਰੇ ਮਹਿਮਾਨਾਂ ਨੂੰ ਪੈਨਲ ਤੇ ਆਉਣ ਲਈ ਤੁਹਾਡੇ ਵੱਲੋਂ ਜੀ ਆਖਦਾ ਹਾਂ, ਵੈਲਕਮ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬੀਆਂ ਨੂੰ ਭਰੋਸਾ ਦਿੱਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ, ਉਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਏਗਾ। ਔਰ ਅੱਜ ਜਿੱਦਾਂ ਮੈਂ ਕਮੈਂਟਸ ਕੀਤਾ ਹੈ ਕਿ ਕੈਪਟਨ ਅਮਰਿੰਦਰ ਨੇ 4 ਸਾਲ 'ਚ ਜੋ ਕੀਤਾ ਹੈ ਉਹਦੇ ਨਾਲ ਲੱਗਦਾ ਕਿ ਭਾਂਡਾ ਬਿਲਕੁਲ ਹੀ ਚਰਾਹੇ 'ਚ ਹੀ ਭੱਜ ਗਿਆ। ਕੀ ਕਹੋਗੇ ਇਸ ਮੁੱਦੇ ਤੇ ਜੋ ਪ੍ਰਸਥਿਤੀਆਂ ਇਸ ਵੇਲੇ ਬਣਦੀਆਂ ਨਜ਼ਰ ਆ ਰਹੀਆਂ? ਹਰਕਮਲ ਜੀ। ਵੈਲਕਮ ਤੋਂ ਤੌਰ ਹਲਕੇ ਜੀ ਆਓ ਜੀ ਉੱਤੇ ਜੀ। ਮੈਂ ਆਪਣੇ ਹਲਕੇ ਉਹਦਾ ਰੌਲਾ ਪਾਇਆ। ਜਗਤਾਰ ਜੀ, ਜੀ ਹਰਕਮਲ ਜੀ। ਜਿਵੇਂ ਤੁਸੀਂ ਗੱਲ ਕਹੀ ਹੈਗੀ ਏ, ਤੁਸੀਂ ਨਵਜੋਤ ਸਿੰਘ ਸਿੱਧੂ ਦਾ ਨਾਮ ਲੈ ਰਹੇ ਸੀ, ਉਹਦੇ ਵਿੱਚੋਂ ਟੈਲੀਫੋਨ ਵੀ ਆ ਰਿਹਾ ਸੀ ਨਾਲ। ਤੇ ਜਗਤਾਰ ਜੀ, ਜੋ ਤੁਸੀਂ ਗੱਲ ਕਹੀ ਹੈਗੀ ਏ ਉਹ ਬਿਲਕੁਲ ਠੀਕ ਏ। ਅਫਸੋਸ ਦੀ ਗੱਲ ਇਹ ਹੈਗੀ ਏ ਕਿ ਸਾਡੇ ਜਿਹੜੇ ਹੁਕਮਰਾਨ ਜਾਂ ਸਿਆਸਤਦਾਨ ਹੈਗੇ ਨੇ, ਜੋ ਵਾਅਦੇ, ਜੋ ਗੱਲਾਂ ਉਹ ਚੋਣ ਲੜਨ ਦੇ ਮੌਕੇ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਕਰਦੇ ਨੇ ਔਰ ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਦੇ ਵਿੱਚ ਕੋਈ ਮੇਲ ਨਹੀਂ ਰਹਿ ਜਾਂਦਾ। ਇਹ ਸਾਰੀਆਂ ਸਿਆਸੀ ਪਾਰਟੀਆਂ ਦਾ ਅਸੀਂ ਵਰਤਾਰਾ ਦੇਖ ਲਿਆ ਹੈ। ਔਰ ਜਿਹੜੀ ਸਭ ਤੋਂ ਵੱਡੀ ਅਫਸੋਸਨਾਕ ਗੱਲ ਹੈਗੀ ਏ ਕਿ ਜਿਹੜੀ ਪਾਰਟੀ ਸਿੱਖਾਂ ਦੀ, ਤੁਸੀਂ ਕਹਿ ਸਕਦੇ ਹੋ ਝੰਡਾ ਬਰਦਾਰ ਪੰਥਕ ਪਾਰਟੀ ਸੀ, ਜਿਹਦੀਆਂ ਇਹ ਜ਼ਿੰਮੇਵਾਰੀਆਂ ਸਨ ਕਿ ਉਹ ਸਿੱਖਾਂ ਦੇ ਹੱਕਾਂ ਲਈ, ਸਿੱਖਾਂ ਦੇ ਮਫਾਦ ਲਈ ਕੰਮ ਕਰੇ, ਲੜਾਈ ਲੜੇ, ਉਹ ਪਾਰਟੀ ਹੀ, ਉਹ ਧਿਰ ਹੀ ਉਹਨਾਂ ਲੋਕਾਂ ਨਾਲ ਜਾ ਕੇ ਰਲ ਗਈ ਜਿਹੜੇ ਲੋਕ ਇਹ ਸਾਰੇ ਕਾਰੇ ਕਰ ਰਹੇ ਸੀ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾ ਰਹੇ ਸਨ। ਉਹ ਸਗੋਂ ਸਾਡੀ ਜਮਾਤ ਜਿਹੜੀ ਸੀ ਆਪਣੀ ਸਿੱਖਾਂ ਦੀ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣ 'ਚ ਲੱਗ ਪਈ। ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਕਾਂਗਰਸ ਪਾਰਟੀ, ਉਹਦੇ ਤੋਂ ਤੁਸੀਂ ਕਿੰਨਾ ਕੁ ਐਕਸਪੈਕਟ ਕਰ ਸਕਦੇ ਹੋ? ਉਹ ਸਾਹਮਣੇ ਆ ਹੀ ਗਿਆ ਹੁਣ ਸਾਡੇ। ਤੁਸੀਂ ਦੇਖੋ ਕਿ 4.25 ਸਾਲ ਕੈਪਟਨ ਅਮਰਿੰਦਰ ਨੂੰ ਸਰਕਾਰ ਬਣਾਇਆ ਹੋ ਗਏ ਨੇ। ਅੱਜ 6 ਸਾਲ ਪਹਿਲਾਂ ਇਹ ਇਨਸੀਡੈਂਟਸ ਹੋਈਆਂ ਸੀ। ਨਾ ਪਹਿਲੀ ਸਰਕਾਰ ਨੇ ਕੁਝ ਕੀਤਾ, ਨਾ ਮੌਜੂਦਾ ਸਰਕਾਰ ਨੇ ਕੀਤਾ। ਔਰ ਇਹ ਦੇਖੋ ਕਿ ਬੇਅਦਬੀਆਂ ਦੇ ਮੁੱਦੇ ਤੇ ਜਿਹੜੀ ਸਿੱਟ ਹੈਗੀ ਏ, ਜਿਹੜੀ ਪਹਿਲੀ ਸਿੱਟ ਸੀ ਮਿਸਟਰ ਖੱਟੜਾ ਦੀ, ਔਰ ਹੁਣ ਜਿਹੜੀ ਮਿਸਟਰ ਪਰਮਾਰ ਦੀ ਸਿੱਟ ਹੈਗੀ ਏ, ਦੋਨਾਂ ਨੂੰ ਗਵਰਨਮੈਂਟ ਲੈਵਲ ਤੇ, ਪੁਲਿਸ ਲੈਵਲ ਤੇ ਕੋਈ ਸਪੋਰਟ ਨਹੀਂ ਮਿਲ ਰਹੀ। ਦੋਨੋਂ ਰੋ ਰਹੀਆਂ, ਦੋਨੋਂ ਰਿਕਾਰਡ ਤੇ ਹੈਗੀਆਂ, ਚਿੱਠੀਆਂ ਲਿਖ ਰਹੀਆਂ ਕਿ ਜੀ ਸਾਨੂੰ ਆਹ ਸਪੋਰਟ ਨਹੀਂ ਮਿਲ ਰਹੀ, ਸਾਨੂੰ ਗਾਈਡੈਂਸ ਨਹੀਂ ਮਿਲ ਰਹੀ। ਡੀਜੀਪੀ 2-2, 3-3 ਮਹੀਨੇ ਇਹਨਾਂ ਲੋਕਾਂ ਨੂੰ ਮਿਲਣ ਲਈ ਟਾਈਮ ਨਹੀਂ ਦਿੰਦਾ ਤਾਂ ਕਿ ਉਹ ਉਹਦੇ ਤੋਂ ਕੋਈ ਗਾਈਡੈਂਸ ਲੈ ਸਕਣ ਕਿ ਅਸੀਂ ਆਹ ਕਰਨਾ ਹੈ, ਨਹੀਂ ਕਰਨਾ। ਔਰ ਤੁਸੀਂ ਇੰਟਰਸਟਿੰਗ ਗੱਲ ਦੇਖੋ ਕਿ ਬੇਅਦਬੀ ਦੇ ਕੇਸ 'ਚ ਬੜਾ ਸਪਸ਼ਟ ਨਾਂ ਆਇਆ ਸੀ ਕਿ ਜਿਹੜਾ ਬਾਬੇ ਦਾ ਪੀਏ ਹੈਗਾ, ਸਰਸਾ ਡੇਰੇ ਦੇ ਬਾਬੇ ਦਾ, ਉਹਦੇ ਵੱਲੋਂ ਇੰਸਟਰਕਸ਼ਨਸ ਲੋਕਾਂ ਨੂੰ ਮਿਲ ਰਹੀਆਂ ਸੀ, ਜਿਹੜੇ ਪੁਲਿਸ ਨੇ ਬੰਦੇ ਫੜੇ ਹੋਏ ਨੇ, ਉਹ ਇੰਸਟਰਕਸ਼ਨ ਦੇ ਰਿਹਾ ਸੀ ਔਰ ਉਹ ਪੈਸੇ ਦੇ ਰਿਹਾ ਸੀ, ਕੈਸ਼। ਉਹਨਾਂ ਦੇ ਬਿਆਨ ਨੇ ਜਿਹੜੇ ਬੰਦੇ ਫੜੇ ਨੇ ਕਿ ਸਾਨੂੰ ਕੈਸ਼ ਵੀ ਉੱਥੋਂ ਮਿਲਿਆ, ਸਾਨੂੰ ਇੰਸਟਰਕਸ਼ਨਸ ਵੀ ਉੱਥੋਂ ਮਿਲੀਆਂ। ਲੇਕਿਨ ਅੱਜ ਤੱਕ ਨਾ ਮਗਰਲੀ ਸਰਕਾਰ ਤੇ, ਚਲੋ ਉਹਨਾਂ ਨੇ ਕੀਤਾ ਹੀ ਕੁਛ ਨਹੀਂ, ਅੱਜ ਤੱਕ ਕੈਪਟਨ ਦੀ ਸਰਕਾਰ ਔਰ ਇਹਨਾਂ ਦੀ ਪੁਲਿਸ ਦੀ ਲੀਡਰਸ਼ਿਪ ਨੇ ਪਰਮਿਸ਼ਨ ਨਹੀਂ ਦਿੱਤੀ ਕਿ ਉਸ ਬੰਦੇ ਨੂੰ ਫੜਿਆ ਜਾਏ, ਕਿਉਂਕਿ ਜੇ ਉਹ ਬੰਦਾ ਫੜਿਆ ਗਿਆ ਤੇ ਅੱਗੋਂ ਬਾਬੇ ਦਾ ਨਾਂ ਆਏਗਾ। ਇਹ ਲੋਕ ਟੱਚ ਨਹੀਂ ਕਰਨਾ ਚਾਹੁੰਦੇ। ਤੁਸੀਂ ਦੇਖੋ ਅਹਿਮ ਸਵਾਲ ਹੈ ਹਰਕਮਲ ਜੀ, ਆਮ ਸੌਰੀ ਵਿੱਚੋਂ ਟੋਕ ਰਿਹਾ, ਬਹੁਤ ਵੱਡਾ ਸਵਾਲ ਤੁਸੀਂ ਖੜਾ ਕਰ ਰਹੇ ਹੋ। ਚਾਹੇ ਬਾਦਲਾਂ ਦੀ ਸਰਕਾਰ ਰਹੀ ਹੋਵੇ, ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਹੋਵੇ, ਜਾਣੀ ਜਦੋਂ ਤਾਰਾਂ ਜਾ ਕੇ ਬਾਬੇ ਦੇ ਡੇਰੇ ਵੱਲ ਜੁੜਦੀਆਂ ਹਨ ਤਾਂ ਚਾਹੇ ਬਾਦਲ ਹੈ ਚਾਹੇ ਕੈਪਟਨ ਹੈ, ਦੋਨੇ ਹੀ ਚੁੱਪੀ ਧਾਰ ਜਾਂਦੇ ਆ ਇਸ ਮੁੱਦੇ ਤੇ। ਬਿਲਕੁਲ, ਤੁਹਾਨੂੰ ਮੈਂ ਤੁਹਾਨੂੰ ਤਾਜ਼ਾ ਗੱਲ ਦੱਸ ਰਿਹਾ ਕਿ ਜਿਹੜੀ ਇਸ ਵੇਲੇ ਨਵੀਂ ਸਿੱਟ ਹੈਗੀ ਏ, ਉਹ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਏ। ਉਹਨਾਂ ਨੇ ਬੰਦੇ ਉਹ ਇਨਵੈਸਟੀਗੇਸ਼ਨ 'ਚ ਨੇਮ ਕੀਤੇ ਨੇ, ਗਵਰਨਮੈਂਟ ਕੋਲੋਂ ਪਰਮਿਸ਼ਨ ਮੰਗੀ ਹੈ, 2 ਮਹੀਨੇ ਹੋ ਗਏ ਨੇ, ਪਰਮਿਸ਼ਨ ਨਹੀਂ ਮਿਲੀ। ਔਰ ਉਹ ਕਹਿ ਰਹੇ ਨੇ ਜੀ ਅਸੀਂ ਕੀ ਕਰੀਏ ਫਿਰ। ਜੇ ਇਹੋ ਜਿਹੇ ਸੀਰੀਅਸ ਕੇਸਾਂ ਦੇ ਵਿੱਚ ਜਿਨ੍ਹਾਂ ਦਾ ਸੂਬੇ ਦੀ ਇੱਕ ਮੈਜੋਰਟੀ ਕਮਿਊਨਿਟੀ ਦੀਆਂ ਇਮੋਸ਼ਨਸ ਦੇ ਨਾਲ ਸੰਬੰਧ ਹੈਗਾ, ਜੇ ਉਹਦੇ ਬਾਰੇ ਸਰਕਾਰਾਂ ਦਾ ਰਵੱਈਆ ਇਹ ਹੈਗਾ, ਤੇ ਤੁਸੀਂ ਫਿਰ ਕੀ ਐਕਸਪੈਕਟ ਕਰ ਸਕਦੇ ਹੋ? ਮੈਨੂੰ ਦੱਸੋ। ਅਜੇ ਮੈਨੂੰ ਜਿਹੜੀ ਅਫਸੋਸ ਦੀ ਗੱਲ ਜਿਹੜੀ ਲੱਗਦੀ ਏ ਕਿ ਬਹੁਤ ਸਾਰੇ ਤੱਥ ਅਜੇ ਲੋਕਾਂ ਦੇ ਸਾਹਮਣੇ ਆਏ ਨਹੀਂ ਹੈਗੇ। ਜਿਸ ਢੰਗ ਦੇ ਨਾਲ ਕੇਸ ਲੜਿਆ ਗਿਆ CBI ਕੋਰਟ ਦੇ ਵਿੱਚ ਜਾ ਕੇ, ਜਿਵੇਂ ਗਵਰਨਮੈਂਟ ਨੇ ਕੇਸ ਪੇਸ਼ ਕੀਤਾ, ਅਜੇ ਉਹ ਲੋਕਾਂ ਨੂੰ ਪਤਾ ਨਹੀਂ ਲੱਗਾ। ਔਰ ਜਿਵੇਂ ਜੱਜਾਂ ਨੇ ਰਿਕਾਰਡ ਕਰਤੀਆਂ ਕਈ ਗੱਲਾਂ ਵੀ ਗਵਰਨਮੈਂਟ ਦਾ ਰਵੱਈਆ ਕੀ ਸੀ। ਤੁਸੀਂ ਦੇਖੋ CBI ਜੱਜ ਨੇ
ਆਪਣੀ ਜੱਜਮੈਂਟ 'ਚ ਰਿਕਾਰਡ ਕੀਤਾ ਕਿ ਮੈਂ ਪੰਜਾਬ ਸਰਕਾਰ ਨੂੰ 7 ਵਾਰੀ ਇਹ ਗੱਲ ਪੁੱਛੀ ਕਿ ਜਿਹੜੀ CBI ਡਿਮਾਂਡ ਕਰ ਰਹੀ ਹੈ ਕਿ ਸਾਡਾ ਕੇਸ ਜਿਹੜਾ ਹੈ ਇਹ ਵਾਪਸ ਪੰਜਾਬ ਨੂੰ ਨਹੀਂ ਜਾ ਸਕਦਾ, ਤੁਹਾਡੀ ਇਹਦੇ ਬਾਰੇ ਕੀ ਓਪੀਨੀਅਨ ਹੈ? 7 ਵਾਰੀ ਟਾਈਮ ਦੇਣ ਦੇ ਉੱਤੇ ਪੰਜਾਬ ਗਵਰਨਮੈਂਟ ਨੇ ਰਿਪਲਾਈ ਨਹੀਂ ਫਾਈਲ ਕੀਤਾ। ਔਰ ਇੱਕ ਜਿਹੜਾ ਪ੍ਰਾਈਵੇਟ ਕੰਪਲੇਨੈਂਟ ਹੈਗਾ ਸੀ ਉਹਨਾਂ 'ਚ ਇੱਕ ਸਿੱਖ ਵਿਚਾਰਾ, ਉਹਦੇ ਵਕੀਲ ਨੇ 450 ਪੇਜ ਦਾ ਉੱਥੇ ਰਿਪਲਾਈ ਫਾਈਲ ਕਰਕੇ ਕੇਸ ਲੜਿਆ ਔਰ ਉਹ ਕਾਮਯਾਬ ਹੋ ਗਿਆ। ਔਰ ਉਦੋਂ ਵੱਡੀ ਸ਼ਰਮਨਾਕ ਗੱਲ ਇਹ ਵੇ ਕਿ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਕੀਲ ਪੇਸ਼ ਹੋ ਰਿਹਾ ਸੀ ਜਿਹਦੀ ਜ਼ਿੰਮੇਵਾਰੀ ਸੀ ਕੇਸ ਪ੍ਰੈਜ਼ੈਂਟ ਕਰਨ ਦੀ, ਇੱਕ ਗੁਰਦੁਆਰਾ ਸਾਹਿਬਾਨ ਨੂੰ ਸ਼ਾਇਦ ਉਹਨਾਂ ਦੇ ਮੈਨੇਜਰ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਉਹਨਾਂ ਨੇ ਵੀ ਉੱਥੇ 1.5-2 ਪੇਜ ਦਾ ਇੱਕ ਰਿਪਲਾਈ ਫਾਈਲ ਕੀਤਾ ਜਿਹਦੇ ਵਿੱਚ ਕੁਝ ਵੀ ਨਹੀਂ ਸੀ। ਤੁਸੀਂ ਦੇਖੋ ਕਿ ਜਿਹੜੀਆਂ ਦੋ ਮੁੱਖ ਜਮਾਤਾਂ ਖਾਨਾਪੂਰਤੀ, ਜਿਹੜੀਆਂ ਦੋ ਮੁੱਖ ਜਮਾਤਾਂ ਨੇ, ਚਾਹੇ ਉਹ ਹੁਕਮਰਾਨ ਪਾਰਟੀ ਹੈਗੀ ਹੈ ਜਿਹੜੀ ਪੰਜਾਬ 'ਚ ਰਾਜ ਕਰ ਰਹੀ ਹੈ ਤੇ ਜਾਂ ਉਹ ਪਾਰਟੀ ਜਿਹੜੀ ਪੰਜਾਬ 'ਚ 10 ਸਾਲ ਰਾਜ ਕਰ ਚੁੱਕੀ ਹੈ, ਮੇਰੇ ਖਿਆਲ ਏਜੰਡਾ ਦੋਨਾਂ ਦਾ ਇਹੋ ਹੀ ਹੈ ਕਿ ਇਹਨੂੰ ਖੂਹ ਖਾਤੇ ਪਾਓ। ਔਰ ਅੱਜ ਦੀ ਮੈਂ ਤੁਹਾਨੂੰ ਤਾਜ਼ਾ ਗੱਲ ਦੱਸ ਰਿਹਾ ਕਿ ਕਾਂਗਰਸ ਦੇ ਕੁਝ ਲੀਡਰਾਂ ਨੇ ਇਕੱਠੇ ਹੋ ਕੇ ਇਸ ਗੱਲ ਤੇ ਪ੍ਰੋਟੈਸਟ ਕੀਤਾ ਹੈ ਕਿ ਜੀ ਤੁਹਾਨੂੰ ਸੁਪਰੀਮ ਕੋਰਟ ਜਾਣ ਦੀ ਲੋੜ ਕੀ ਹੈਗੀ ਹੈ, ਤੁਸੀਂ ਕਿਉਂ ਸੁਪਰੀਮ ਕੋਰਟ ਜਾ ਰਹੇ ਹੋ? ਜੇ ਸੁਪਰੀਮ ਕੋਰਟ ਜਾਓਗੇ ਤੁਹਾਨੂੰ ਕਿਸੇ ਨੇ ਸਟੇ ਨਹੀਂ ਦੇਣੀ, ਔਰ ਜੇ ਕੇਸ ਐਡਮਿਟ ਹੋ ਗਿਆ 10 ਸਾਲ ਮੁੜ ਕੇ ਕੇਸ ਲੱਗਣਾ ਨਹੀਂ, ਔਰ ਇਹ ਮਸਲਾ ਤੇ ਹਮੇਸ਼ਾ ਲਈ ਖੂਹ ਖਾਤੇ ਪੈ ਜਾਏਗਾ। ਔਰ CM ਇਸ ਗੱਲ ਤੇ ਅੜੇ ਨੇ, ਨਹੀਂ ਜੀ ਸੁਪਰੀਮ ਕੋਰਟ ਜਾਣਾ ਜੀ ਅਸੀਂ। ਤੁਸੀਂ ਇਹ ਦੇਖੋ ਕਿ ਪਾਰਟੀ ਔਰ ਮਿਨਿਸਟਰ ਅੱਜ ਇਸ ਗੱਲ ਤੋਂ ਨਾਖੁਸ਼ ਨੇ, ਔਖੇ ਨੇ, ਰੌਲਾ ਪਾ ਰਹੇ ਨੇ ਕਿ ਤੁਸੀਂ ਇੱਕ ਜਿਸ ਬੰਦਾ ਜਿਹੜਾ ਬੰਦਾ ਜ਼ਿੰਮੇਵਾਰ ਹੈਗਾ ਇਸ ਕੇਸ ਨੂੰ ਖਰਾਬ ਕਰਨ ਲਈ, ਤੁਸੀਂ ਉਹਨੂੰ ਡਿਫੈਂਡ ਕਰ ਰਹੇ ਹੋ ਔਰ ਜ਼ਿੰਮੇਵਾਰੀ ਆਪਣੇ ਤੇ ਲੈ ਰਹੇ ਹੋ ਕੇਸ ਖਰਾਬ ਕਰਨ ਦੀ। ਸਰਕਾਰ ਆਪਣੇ ਤੇ ਲੈ ਰਹੀ ਜਿਵੇਂ ਅਸੀਂ ਕੀਤਾ ਹੈਗਾ। ਔਰ ਮੈਨੂੰ ਲੱਗਦਾ ਹੈ ਕਿ ਜਿਹੜੀ ਇਹ ਨਾਖੁਸ਼ੀ ਹੁਕਮਰਾਨ ਪਾਰਟੀ 'ਚ ਇਸ ਮੁੱਦੇ ਤੇ ਉੱਠ ਰਹੀ ਹੈ, ਚੁੱਕੇ ਲੋਕਾਂ ਨੂੰ, ਹੁਕਮਰਾਨ ਪਾਰਟੀ ਦੇ MLA ਨੂੰ ਜਾਂ ਦੂਜੇ ਲੀਡਰਾਂ ਨੂੰ ਇਹ ਸਮਝ ਪੈ ਰਹੀ ਹੈ ਕਿ ਇਹ ਜਿੰਨਾ ਸੀਰੀਅਸ ਮਾਮਲਾ ਹੈ ਔਰ ਜਿਸ ਢੰਗ ਦੇ ਨਾਲ ਜਾਂ ਤੌਰ ਤਰੀਕੇ ਨਾਲ ਉਹਨੂੰ CM ਜਾਂ ਬਾਕੀ ਲੋਕ ਲੈ ਰਹੇ ਨੇ, ਇਹਦਾ ਨਤੀਜਾ ਕੱਲ ਨੂੰ ਇਹ ਨਿਕਲਣਾ ਹੈ ਕਿ ਜਿਵੇਂ BJP ਦੇ ਲੀਡਰਾਂ ਨੂੰ ਲੋਕੀ ਅੱਜ ਵੜਨ ਨਹੀਂ ਦਿੰਦੇ ਪਿੰਡਾਂ ਦੇ ਵਿੱਚ, ਕੱਲ ਨੂੰ ਕਾਂਗਰਸ ਦੇ ਲੀਡਰਾਂ ਦਾ ਵੀ ਪਿੰਡਾਂ 'ਚ ਵੜਨਾ ਬੰਦ ਹੋ ਸਕਦਾ ਹੈ। ਲੋਕੀ ਇਹਨਾਂ ਦੇ ਖਿਲਾਫ ਵੀ ਆਪਣਾ ਰੋਸ ਪ੍ਰਗਟ ਕਰ ਸਕਦੇ ਨੇ ਔਰ ਇਲੈਕਸ਼ਨਾਂ ਵੀ ਕੋਈ ਬਹੁਤੀਆਂ ਦੂਰ ਨਹੀਂ। ਔਰ ਇਹ ਸਾਰਾ ਕੁਝ ਕਾਂਗਰਸ ਪਾਰਟੀ ਨੂੰ ਇੰਨਾ ਮਹਿੰਗਾ ਪੈ ਸਕਦਾ ਹੈ ਕਿ ਜਿਹਦਾ ਸ਼ਾਇਦ ਉਹ ਅੱਜ ਅੰਦਾਜ਼ਾ ਨਾ ਲਾ ਸਕਦੇ। ਅੰਦਾਜ਼ਾ ਨਹੀਂ ਲਾ ਸਕਦੇ। ਥੈਂਕ ਯੂ ਵੈਰੀ ਮਚ ਹਰਕਮਲ ਜੀ, ਬਹੁਤ ਅਹਿਮ ਮਾਮਲਾ ਹੈ ਜਿਸ ਮੁੱਦੇ ਨੂੰ ਤੁਸੀਂ ਛੱਡ ਕੇ ਜਾ ਰਹੇ ਹੋ। ਮੈਂ ਵਾਪਸ ਆਵਾਂਗਾ ਤੁਹਾਡੇ ਉੱਤੇ। ਛਿੱਬੜ ਜੀ, ਬੇਅਦਬੀ ਦੇ ਮੁੱਦੇ ਤੇ ਜਦੋਂ ਆਪਾਂ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਰਕਾਰ ਦੀ ਇਸ ਵੇਲੇ ਜੋ ਸਥਿਤੀ ਬਣੀ ਹੈ, ਜਿੱਦਾਂ ਹਰਕਮਲ ਜੀ ਨੇ ਕਿਹਾ, ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਅਮਰਿੰਦਰ ਦੀ ਸਰਕਾਰ ਜਿਹੜੀ ਵਾਅਦਾ ਕਰਕੇ ਆਈ ਸੀ ਹੁਣ ਕਿਵੇਂ ਕਟਹਿਰੇ 'ਚ ਖੜੀ ਹੈ, ਕੀ ਕਹੋਗੇ? ਜੀ ਛਿੱਬੜ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਹੈਲੋ ਹਾਂਜੀ ਸਿੱਧੂ ਸਾਹਿਬ ਬੋਲੋ ਜੀ। ਛਿੱਬੜ ਸਾਹਿਬ, ਮੈਂ ਸਵਾਲ ਇਹ ਲੈ ਰਿਹਾ ਹਾਂ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਬੇਅਦਬੀ ਦੇ ਮੁੱਦੇ ਤੇ ਜਿਸ ਤਰ੍ਹਾਂ ਹੁਣ ਕਟਹਿਰੇ 'ਚ ਖੜੀ ਹੈ, ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ? ਦੇਖੋ ਸਿੱਧੂ ਸਾਹਿਬ, ਗੱਲ ਇਹ ਆ ਕਿ 2015 ਦੇ ਵਿੱਚ ਜਿਹੜੀਆਂ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਹ ਤੋਂ ਪਹਿਲਾਂ ਜਿਹੜੀ 1 ਸਾਲ ਆ ਜਿਹੜਾ ਪਿਛਲੀ ਹੈਲੋ ਜੀ ਆਵਾਜ਼ ਆ ਰਹੀ ਹੈ ਤੁਹਾਡੀ? ਸਿੱਧੂ ਸਾਹਿਬ, 2015 ਦੀ ਘਟਨਾ ਵਾਪਰੀ ਹੋਈ ਆ। 2 ਸਾਲ ਪਿਛਲੀ ਸਰਕਾਰ ਆ ਜਿਹੜੀ ਅਕਾਲੀ ਭਾਜਪਾ ਸਰਕਾਰ ਆ, 2 ਸਾਲ ਦਾ ਸਮਾਂ ਉਸ ਸਰਕਾਰ ਦੌਰਾਨ ਨਿਕਲ ਗਿਆ। ਉਹਦੇ ਬਾਅਦ 4 ਸਾਲ ਦਾ ਸਮਾਂ ਜਿਹੜਾ ਹੁਣ ਕੰਪਲੀਟ ਹੋ ਗਿਆ। ਪੰਜਾਬ ਦੇ ਲੋਕਾਂ ਨੂੰ ਇਹ ਉਮੀਦਾਂ ਸੀਗੀਆਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੇਅਦਬੀ ਮਾਮਲੇ ਦੇ ਵਿੱਚ ਨਿਆਂ ਦੇਵੇਗੀ, ਪਰ 4 ਸਾਲ ਸਮਾਂ ਨਿਕਲ ਗਿਆ। ਹੁਣ ਹਾਈ ਕੋਰਟ ਨੇ ਜਿਹੜੀ ਕੋਟਕਪੂਰ ਵਾਲੇ ਮਾਮਲੇ ਦੇ ਵਿੱਚ ਸਿੱਟ ਬਣਾਈ ਸੀ, ਉਹਦੀ ਰਿਪੋਰਟ ਆ ਜਿਹੜੀ ਰੱਦ ਕਰ ਦਿੱਤੀ ਆ। ਹੁਣ ਤੁਸੀਂ ਇਹ ਸਮਝ ਗਏ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਜਿਹੜਾ ਫੈਸਲਾ ਆਇਆ, ਇਸ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਕਿ ਇਸ ਸਾਲ ਵਿੱਚ ਲੋਕਾਂ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਆਸਥਾ ਰੱਖਣ ਵਾਲੇ ਲੋਕ ਨੇ, ਉਹਨਾਂ ਨੂੰ ਨਿਆਂ ਮਿਲਣ ਦੀ ਜਿਹੜੀ ਉਮੀਦ ਆ ਉਹ ਬਿਲਕੁਲ ਹੁਣ ਮੱਧਮ ਪੈ ਗਈ। ਉਹਨਾਂ ਨੂੰ ਨਿਆਂ ਨਹੀਂ ਦਿਖ ਰਿਹਾ ਜੀ। ਗੱਲ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਜਦੋਂ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਈ ਆ, ਉਦੋਂ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਜਿੰਦਰ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਹਰਮਿੰਦਰ ਗਿੱਲ, ਹੋਰ ਸਾਰੇ ਜਿੰਨੇ ਕਾਂਗਰਸ ਦੇ MLA ਤੇ
ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਰਹੇ ਕਿ ਮਹਾਰਾਜ ਇਹਨਾਂ ਦਾ ਕੁਝ ਕਰੋ, ਇਸ ਮਸਲੇ ਨੂੰ ਨਿਬੇੜੋ। ਚਰਨਜੀਤ ਸਿੰਘ ਚੰਨੀ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਲੋਕਾਂ ਨੇ ਟੋਆ ਪੱਟਿਆ ਹੋਇਆ ਹੈ, ਜੇਕਰ ਅਸੀਂ ਹੁਣ ਇਹਨਾਂ ਨੂੰ ਨਾ ਨੱਪਿਆ ਤਾਂ ਲੋਕਾਂ ਨੇ ਅਗਲੀ ਵਾਰੀ ਸਾਨੂੰ ਇਸ ਮਾਮਲੇ ਵਿੱਚ ਸੁੱਟ ਦੇਣਾ। ਇਸ ਦਾ ਮਤਲਬ ਸਿੱਧੀ ਗੱਲ ਹੁਣ ਕਲੀਅਰ ਹੋਊਗੀ ਕਿ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਦਿਖਣ ਲੱਗ ਪਿਆ ਤੇ ਮੰਤਰੀਆਂ ਵਿਧਾਇਕਾਂ ਨੂੰ ਵੀ ਦਿਖਣ ਲੱਗ ਪਿਆ ਕਿ ਲੋਕਾਂ ਨੂੰ ਜੋ ਅਸੀਂ ਨਿਆਂ ਦੇਣ ਦਾ ਵਾਅਦਾ ਕਰਕੇ ਆਏ ਤੇ ਉਹ ਨਿਆਂ ਅਸੀਂ ਦੇ ਨਹੀਂ ਸਕੇ। ਹੁਣ ਸਾਡਾ ਵਿਰੋਧ ਹੋਵੇਗਾ। ਜਿਸ ਤਰ੍ਹਾਂ ਪਹਿਲਾਂ ਹੀ ਭਾਜਪਾ ਦਾ ਵਿਰੋਧ ਹੋ ਰਿਹਾ, ਅਕਾਲੀ ਭਾਜਪਾ ਦੇ ਜਿਹੜੇ ਨੇਤਾ ਤੇ ਇੱਕ ਵਾਰੀ ਅਜਿਹੀ ਸਥਿਤੀ ਪੰਜਾਬ ਦੇ ਵਿੱਚ ਪੈਦਾ ਹੋ ਗਈ ਸੀ, ਉਹਨਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਵੜਨ ਨਹੀਂ ਦਿੱਤਾ। ਉਹ ਪੋਜੀਸ਼ਨ ਹੁਣ ਜਿਹੜੇ ਕਾਂਗਰਸੀ ਵਿਧਾਇਕ ਆ ਇਹਨਾਂ ਦੀ ਹੋ ਸਕਦੀ ਆ। ਪੰਜਾਬ ਦੇ ਹਾਲਾਤ ਜਿਹੜੇ ਵਿਗੜ ਸਕਦੇ ਨੇ ਦੁਬਾਰਾ ਇਸ ਮੁੱਦੇ ਪਰ। ਹੁਣ ਕਾਂਗਰਸ ਦੇ ਆਗੂ, ਪੰਜਾਬ ਕਾਂਗਰਸ ਦੇ ਜਿਹੜੇ ਉੱਚੇ ਵੱਡੇ ਅਹੁਦਿਆਂ ਤੇ ਬੈਠੇ ਨੇ ਅਹੁਦੇਦਾਰ ਪਾਰਟੀ ਦੇ ਆਗੂ ਜਾਂ ਸਰਕਾਰ ਦੇ ਸ਼ਾਮਲ ਮੰਤਰੀ ਵਿਧਾਇਕ ਕਿਹੜੇ ਮੂੰਹ ਨਾਲ ਲੋਕਾਂ ਦੇ ਵਿੱਚ ਜਾਣਗੇ? ਇਹਨਾਂ ਨੇ ਸਰਕਾਰ ਦਾ ਮਾਮਲਾ ਉਹਨੂੰ ਹੱਲ ਨਹੀਂ ਕਰ ਸਕੀ, ਜਿਹੜਾ ਭ੍ਰਿਸ਼ਟਾਚਾਰ ਆ ਉਹ ਖਤਮ ਨਹੀਂ ਕਰ ਸਕੀ, ਜਿਹੜੇ ਕਹਿੰਦੇ ਨੇ ਅਸੀਂ ਮਾਫੀਆ ਰਾਜ ਖਤਮ ਕਰਾਂਗੇ ਉਹ ਨਹੀਂ ਖਤਮ ਕਰ ਸਕੀ। ਇਸ ਤੋਂ ਪਹਿਲਾਂ ਨਾਰਾਜ਼ ਹੋ ਕੇ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਕਿ ਡਰੱਗ ਮਾਮਲੇ ਦੀ ਜਾਂਚ ਕਰ ਰਹੇ ਤੇ ਸਾਰੇ ਨਸ਼ਿਆਂ ਦੇ ਮਾਮਲੇ 'ਚ ਉਹ ਛੁੱਟੀ ਲੈ ਕੇ ਵਿਦੇਸ਼ੀ ਪੜ੍ਹਾਈ ਕਰ ਚਲੇ ਗਏ। ਭਾਵੇਂ ਕੋ ਵਿਦੇਸ਼ ਛੁੱਟੀ ਲੈ ਕੇ ਗਏ ਨੇ, ਪੜ੍ਹਾਈ ਦੇ ਮੁੱਦੇ ਪਰ ਗਏ ਨੇ, ਪਰ ਅੰਦਰਲੀ ਗੱਲ ਇਹ ਹੈ ਕਿ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਉਸ ਦੇ ਵਿੱਚ ਜਿਹੜੀ ਆਪਣੀ ਜਮਾ ਉਹ ਲੋਕਾਂ ਦਾ ਉਹਦਾ ਅਧਿਕਾਰੀਆਂ ਦਾ ਸਹਿਯੋਗ ਨਹੀਂ ਤਾਂ ਮਿਲ ਰਿਹਾ। ਇਸ ਕਰਕੇ ਉਹ ਸਰਕਾਰ ਦਾ ਪੂਰਾ ਸਹਿਯੋਗ ਨਾਲ ਕਰਕੇ ਗੁੱਸੇ ਦੇ ਵਿੱਚ ਨਾਰਾਜ਼ ਹੋ ਕੇ ਉਹ ਪੜ੍ਹਾਈ ਕਰਨ ਗਏ ਆ। ਓਕੇ, ਥੈਂਕ ਯੂ ਵੈਰੀ ਮਚ ਜਸਪਾਲ ਜੀ। ਕਾਫੀ ਦੇਰ ਤੋਂ ਪੰਜੋਲੀ ਸਾਹਿਬ ਇੰਤਜ਼ਾਰ ਕਰ ਰਹੇ ਹਨ। ਮੈਂ ਜਰਨਲਿਸਟ ਦੇ ਤੌਰ ਤੇ ਤੁਹਾਡੇ ਪਹਿਲਾਂ ਕਮੈਂਟਸ ਲੈਣਾ ਚਾਹੁੰਦਾ ਹਾਂ। ਜਸਪਾਲ ਢਿੱਲੋਂ ਜੀ, ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਇਸ ਵੇਲੇ ਮੌਜੂਦਾ ਪ੍ਰਸਥਿਤੀਆਂ ਬਣ ਚੁੱਕੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਕੈਪਟਨ ਅਮਰਿੰਦਰ ਜਿਹੜੇ 4 ਸਾਲ ਪਹਿਲਾਂ ਵਾਅਦਾ ਕਰਕੇ ਆਏ ਸੀ? ਜੀ ਜਸਪਾਲ ਜੀ। ਦੇਖੋ ਜਗਤਾਰ ਜੀ, ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਮਾਮਲੇ ਦੇ ਉੱਤੇ ਵੋਟ ਬੈਂਕ ਭਾਰੂ ਹੋ ਗਿਆ। ਅਕਾਲੀ ਦਲ 2007 ਤੋਂ ਇਸ ਮੁੱਦੇ ਦੇ ਵਿੱਚ ਜਦੋਂ ਸਰਸੇ ਵਾਲੇ ਦੀ ਵੋਟ ਲੈਣ ਦਾ ਮੌਕਾ ਆਇਆ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਵੋਟ ਪਾ ਦਿੱਤੀ ਔਰ ਮਾਲਵੇ ਦੀਆਂ 69 ਸੀਟਾਂ ਦੇ ਵਿੱਚੋਂ 39 ਸੀਟਾਂ ਜਿਹੜੀਆਂ ਸੀਗੀਆਂ ਉਹ ਕਾਂਗਰਸ ਜਿੱਤ ਗਈ। ਭਾਵੇਂ ਕਾਂਗਰਸ ਦੀ ਸਰਕਾਰ ਨਾ ਬਣੀ, ਪਰ ਡੇਰੇ ਦੀਆਂ ਵੋਟਾਂ ਲੈ ਕੇ ਡੇਰੇ ਦੀਆਂ ਵੋਟਾਂ ਅਕਾਲੀ ਦਲ ਨੂੰ ਵੀ ਨਜ਼ਰ ਆਉਂਦੀਆਂ ਨੇ, ਡੇਰੇ ਦੀਆਂ ਵੋਟਾਂ 22 ਚ ਲੈਣ ਵਾਸਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਜ਼ਰ ਆ ਰਹੀਆਂ ਨੇ। ਜਿਹੜੀ ਗੱਲ ਹਰਕਮਲ ਜੀ ਨੇ ਕੀਤੀ, ਛਿੱਬੜ ਸਾਹਿਬ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ ਵਾਪਰ ਰਹੀ ਹੈ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਜਾਂ ਤਲਵੰਡੀ ਸਾਬੋ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸੰਗਤ ਰੂਪ ਦੇ ਵਿੱਚ ਵਿਰੋਧ ਹੋਇਆ, ਉਹਦਾ ਪਿਛੋਕੜ ਕੀ ਹੈ? ਉਹਦਾ ਪਿਛੋਕੜ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਉਹਦਾ ਇਨਸਾਫ ਨਾ ਦੇਣਾ। ਪਹਿਲਾਂ ਗੁਰੂ ਗ੍ਰੰਥ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਚੋਂ ਚੋਰੀ ਹੋਣਾ, ਫਿਰ ਲਲਕਾਰਨਾ ਕਿ ਸਾਡੇ ਕੋਲੇ ਆ ਤੁਹਾਡਾ ਗੁਰੂ, ਜੇ ਲੈਣਾ ਤਾਂ ਲੈ ਲਓ, ਉਹਦੇ ਵਾਸਤੇ ਇਨਾਮ ਰੱਖਿਆ ਜਾਣਾ। ਇਹ ਆਪਣੇ ਆਪ ਦੇ ਵਿੱਚ ਉਸ ਅਖੌਤੀ ਪੰਥਕ ਸਰਕਾਰ ਨੂੰ ਬਹੁਤ ਵੱਡੀ ਚੁਣੌਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ। ਜੋਰਾ ਸਿੰਘ ਕਮਿਸ਼ਨ ਤੋਂ ਰਿਪੋਰਟ ਲੈਣ ਵੇਲੇ ਜੋ ਵਾਪਰੀ ਤੁਹਾਡੇ ਸਭ ਦੇ ਸਾਹਮਣੇ ਹੈ। ਫਿਰ ਜੇ ਕੈਪਟਨ ਅਮਰਿੰਦਰ ਸਿੰਘ ਗੁਟਕੇ ਦੀ ਸਹੁੰ ਖਾ ਕੇ ਕਿਹਾ ਕਿ ਸਾਰਾ ਕੁਝ ਅਸੀਂ ਕਰਾਂਗੇ, ਅਸੀਂ ਇਹਨਾਂ ਨੇ 4.25 ਸਾਲ ਕੁੰਭ ਕਰਨੀ ਨੀਂਦ ਸੌਣ ਤੋਂ ਸਿਵਾਏ ਕੱਖ ਨਹੀਂ ਕੀਤਾ। ਇਸ ਮਾਮਲੇ ਦੇ ਵਿੱਚ ਜਿਹੜੀ ਅਸਲ ਜ਼ਿੰਮੇਵਾਰ ਧਿਰ ਹੈ, ਅਸੀਂ ਉਸ ਪਾਸੇ ਵੱਲ ਨੂੰ ਜਾਈਏ। ਜਿਹੜਾ ਇਹਨਾਂ ਦਾ ਐਡਵੋਕੇਟ ਜਨਰਲ ਹੈ, ਜੇ ਤਾਂ ਦਿਨਕਰ ਗੁਪਤੇ ਦੀ ਮਾਮਲੇ ਦਾ ਆਉਂਦਾ ਤਾਂ ਚਿਦੰਬਰਮ ਸਾਹਿਬ ਆ ਜਾਂਦੇ ਨੇ, ਜੇ ਸੁਰੇਸ਼ ਕੁਮਾਰ ਦਾ ਕੇਸ ਆਉਂਦਾ ਤਾਂ ਚਿਦੰਬਰਮ ਸਾਹਿਬ ਨੂੰ ਸਪੈਸ਼ਲ ਤੌਰ ਤੇ ਦਿੱਲੀ ਤੋਂ ਬੁਲਾ ਲਿਆ ਜਾਂਦਾ ਹੈ। ਤਾਂ ਜਿਹੜੀ ਧਿਰ ਨੇ ਹਾਈ ਕੋਰਟ ਦੇ ਵਿੱਚ ਇਹਨੂੰ ਪੂਰੇ ਤੱਥਾਂ ਦੇ ਆਧਾਰ ਤੇ ਟਾਕਰਾ ਕਰਨਾ ਸੀ, ਮੈਂ ਸਮਝਦਾ ਕਿ ਉਹ ਟਾਕਰਾ ਕਰਨ ਵਿੱਚ ਅਸਮਰਥ ਰਹੇ ਨੇ। ਓਕੇ, ਥੈਂਕ ਯੂ ਢਿੱਲੋਂ ਸਾਹਿਬ। ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਇੱਕ ਮਿੰਟ ਜੀ, ਮੈਨੂੰ ਗੱਲ ਪੂਰੀ ਕਰ ਦਿੰਦੇ ਹੋ। ਉਹਨਾਂ ਨੂੰ ਡਿਫੈਂਡ ਕਰਨ ਦੀ ਥਾਂ ਤੇ ਉੱਤੇ ਕੈਪਟਨ ਅਮਰਿੰਦਰ ਸਿੰਘ ਮਤਲਬ ਜਿਵੇਂ ਸੁਨੀਲ ਜਾਖੜ ਨੇ ਇੱਕ ਵਾਰੀ ਕਿਹਾ ਸੀ, ਕੈਪਟਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿਹਾ ਕਿ ਇਹ ਫੌਜਾਂ ਇੱਥੇ ਦਰਸ਼ਨੀ ਘੋੜੇ ਬਣਾ ਕੇ ਰੱਖੀਆਂ ਨੇ ਕਿ ਇਹਨਾਂ ਨੇ ਕੋਈ ਕੇਸ ਜਿੱਤਣਾ ਹੀ ਨਹੀਂ, ਨਾ SYL ਦੇ ਉੱਤੇ ਕੋਈ ਕੱਜ ਦੀ ਗੱਲ ਕੀਤੀ ਗਈ, ਨਾ ਜੇ ਗੁਰੂ ਗ੍ਰੰਥ ਸਾਹਿਬ ਤੇ ਤੁਸੀਂ ਸਿੰਸੀਅਰ ਨਹੀਂ ਤਾਂ ਫਿਰ ਕਿਹੜੇ ਮਾਮਲੇ ਤੇ ਸਿੰਸੀਅਰ ਹੋਣਗੇ? ਥੈਂਕ ਯੂ ਢਿੱਲੋਂ ਸਾਹਿਬ। ਮੈਂ ਵਾਪਸ ਆਵਾਂਗਾ ਇਸ ਮੁੱਦੇ ਤੇ ਤੁਹਾਡੇ ਵੱਲ। ਅਹਿਮ ਮੁੱਦਾ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਪੰਜੋਲੀ ਸਾਹਿਬ ਦੇ ਕਮੈਂਟਸ ਵੀ ਲੈਣਾ ਚਾਹੁੰਦਾ। ਪੰਜੋਲੀ ਸਾਹਿਬ, ਤੁਸੀਂ ਤਿੰਨੇ ਸੀਨੀਅਰ ਜਰਨਲਿਸਟਾਂ ਦੇ ਕਮੈਂਟਸ ਵੀ ਸੁਣੇ ਹੈ
ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਦੀ ਵਾਪਰੀ ਮੰਦਭਾਗੀ ਘਟਨਾ, ਕੈਪਟਨ ਅਮਰਿੰਦਰ ਦੀ ਸਰਕਾਰ ਹੁਣ ਕਟਹਿਰੇ 'ਚ ਹੈ, ਐਸਜੀਪੀਸੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਸਿੱਧੂ ਫਤਿਹ। ਸਾਹਿਬ, ਪਹਿਲੀ ਗੱਲ ਤਾਂ ਮੈਂ ਬੜੇ ਸਪਸ਼ਟ ਸ਼ਬਦਾਂ ਵਿੱਚ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਵਸਣ ਵਾਲੇ ਲੋਕ ਜਿਹੜੇ ਗੁਰੂ ਦੇ ਸਿਧਾਂਤ ਦੀ ਪਹਿਰੇਦਾਰੀ ਕਰਨ ਵਾਲੇ ਸੀ, ਉਹ ਸ਼ਰਾਬ ਤੇ ਫੀਮ ਤੇ ਭੁੱਕੀ ਦੇ ਉੱਤੇ ਹੀ ਆਪਣਾ ਅਮਾਨ ਵੇਚ ਬੈਠੇ। ਜਦੋਂ ਸਲਾਬਤਪੁਰੇ ਦੀ ਧਰਤੀ ਦੇ ਉੱਤੇ ਸਰਸੇ ਵਾਲੇ ਸੌਦੇ ਪਖੰਡੀ ਸਾਧ ਨੇ ਗੁਰੂ ਸਾਹਿਬ ਜੀ ਦਾ ਸਵਾਂਗ ਰਚਾਇਆ ਸੀ, ਉਸ ਤੋਂ ਬਾਅਦ ਪੰਥ ਨੇ ਉਹਨੂੰ ਸ਼੍ਰੀ ਅਕਾਲ ਤਖਤ ਵੱਲੋਂ ਉਹਨੂੰ ਛੇਕਿਆ ਗਿਆ ਔਰ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਉਹਦੇ ਨਾਲ ਕਿਸੇ ਕਿਸਮ ਦੀ ਸਾਂਝ ਨਹੀਂ ਰੱਖੇਗਾ। ਉਹਦੇ ਬਾਵਜੂਦ ਵੀ ਪੰਜਾਬ ਦੇ ਸਾਰੇ ਪੋਲੀਟੀਸ਼ੀਅਨ, ਸਾਰੀਆਂ ਧਿਰਾਂ ਦੇ ਉਹਦੇ ਡੇਰੇ 'ਚ ਗਏ ਵੋਟਾਂ ਮੰਗਣ ਲਈ, ਤੇ ਜਿਹੜੇ ਲੋਕ ਪੰਥ 'ਚੋਂ ਛੇਕੇ ਹੋਏ ਬੰਦੇ ਦੇ ਡੇਰੇ ਤੇ ਜਾ ਕੇ ਵੋਟਾਂ ਮੰਗ ਰਹੇ ਨੇ, ਤੇ ਮੈਂ ਸਮਝਦਾ ਉਹਨਾਂ ਸਾਰੇ ਲੋਕਾਂ ਤੋਂ ਪੰਜਾਬ ਦੇ ਲੋਕ ਜੇ ਇਨਸਾਫ ਦੀ ਆਸ ਕਰਦੇ ਨੇ, ਮੈਂ ਸਮਝਦਾ ਇਸ ਤੋਂ ਵੱਡੀ ਮੂਰਖਤਾ ਹੀ ਹੋਰ ਕੋਈ ਹੋ ਹੀ ਨਹੀਂ ਸਕਦੀ। ਇਹਨਾਂ ਡੇਰਿਆਂ ਦੀ ਪੁਸਤ ਪਨਾਹੀ ਦੋ ਤਾਕਤਾਂ ਕਰਦੀਆਂ ਨੇ, ਇੱਕ ਪੋਲੀਟੀਸ਼ੀਅਨ ਕਰਦੇ ਨੇ, ਉਹ ਵੋਟਾਂ ਖਾਤਰ ਕਰਦੇ ਨੇ, ਇੱਕ ਬਿਊਰੋਕਰੇਟ ਕਰਦੇ ਨੇ। ਉਹ ਇਸ ਕਰਕੇ ਕਰਦੇ ਨੇ ਕਿ ਕੁਝ ਲੋਕ ਤਾਂ ਇਹੋ ਜਿਹੇ ਨੇ ਕਿ ਪਾਪਾਂ ਵਾਜੋਂ ਹੋਵਾ ਨਹੀਂ, ਮੋਇਆ ਸਾਥ ਨਾ ਜਾਈ। ਬਿਨਾਂ ਪਾਪਾਂ ਤੋਂ ਮਾਇਆ ਇਕੱਠੀ ਨਹੀਂ ਹੁੰਦੀ, ਤੇ ਉਹ ਪਾਪ ਕਰਕੇ ਮਾਇਆ ਇਕੱਠੀ ਕਰਦੇ ਨੇ। ਆਤਮਾ ਉਹਨਾਂ ਦੀ ਲਾਹਨਤਾਂ ਪਾਉਂਦੀ ਹੈ, ਨੀਂਦ ਉਹਨਾਂ ਨੂੰ ਆਉਂਦੀ ਨਹੀਂ। ਉਹ ਪਖੰਡੀ ਡੇਰਿਆਂ ਦੇ ਸਾਹ ਤੇ ਸਕੂਨ ਮੰਗਣ ਦਾ ਯਤਨ ਕਰਦੇ ਨੇ। ਤੇ ਕੁਝ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਖੂਨ ਦੀ ਹੋਲੀ ਖੇਡੀ, ਨੌਜਵਾਨ ਬੱਚੇ ਮਾਰੇ, ਕੋ ਕੇ ਸ਼ਹੀਦ ਕੀਤੇ, ਜਿਨ੍ਹਾਂ ਵਿੱਚ ਚਰਨਜੀਤ ਚੰਨੀ, ਜਿਨ੍ਹਾਂ ਵਿੱਚ ਉਮਰਾ ਨੰਗਲ, ਜਿਹਦੇ ਵਿੱਚ ਸਮੇਤ ਸੈਣੀ, ਅਜੀਤ ਸਿੰਘ ਸੰਧੂ ਵਰਗੇ ਲੋਕ ਜਿਹੜੇ ਸਨ, ਇਹਨਾਂ ਨੇ ਕਤਲ ਕੀਤੇ। ਕਤਲ ਕਰਨ ਵਾਲੇ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਇਹ ਪਖੰਡੀ ਡੇਰਿਆਂ ਦੇ ਬੂਹੇ ਤੇ ਜਾਂਦੇ ਨੇ। ਜਦੋਂ ਇਹੋ ਜਿਹੇ ਲੋਕ ਲਾਲ ਬੱਤੀਆਂ ਲਾ ਕੇ ਪੰਜੋਲੀ ਸਾਹਿਬ ਮੈਂ ਪੰਜੋਲੀ ਸਾਹਿਬ ਸੌਰੀ ਵਿੱਚੋਂ ਟੋਕਣਾ ਚਾਹੁੰਦਾ ਹੈ। ਇਹ ਡੇਰਿਆਂ ਤੇ ਨਹੀਂ ਜਾਂਦੇ ਜਿਨ੍ਹਾਂ ਤੁਸੀਂ ਅਧਿਕਾਰੀਆਂ ਦੇ ਨਾਂ ਲਏ ਆ, ਇਹਨਾਂ ਅਧਿਕਾਰੀਆਂ ਨੂੰ ਅਹੁਦਿਆਂ ਤੇ ਬਿਠਾਉਣ ਵਾਲੀ ਵੀ ਅਖੌਤੀ ਪੰਥਕ ਸਰਕਾਰ ਹੀ ਸੀ ਪੰਜੋਲੀ ਜੀ। ਮੈਂ ਕਹਿੰਦਾ ਜੀ, ਪੋਲੀਟੀਸ਼ੀਅਨ, ਬਿਊਰੋਕਰੇਟ, ਇਹ ਸਾਰੇ ਇਕੱਠੇ ਲੋਕਾਂ ਦੇ ਪਾਪਾਂ ਦਾ ਨਤੀਜਾ ਹੀ ਹੈ ਕਿ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਜਵਾਰ ਕੇ ਦੀਆਂ ਗਲੀਆਂ ਵਿੱਚ ਖੰਡਾਏ ਗਏ, ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਗਿਆ, ਇਨਸਾਫ ਮੰਗਣ ਵਾਲਿਆਂ ਨੂੰ ਗੋਲੀਆਂ ਮਾਰੀਆਂ ਗਈਆਂ, ਸ਼ਹੀਦ ਕੀਤੇ ਗਏ। ਮੈਂ ਇਸ ਸਾਰੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ, ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਸੀ, ਭਾਵੇਂ ਉਹ ਕਾਂਗਰਸ ਦੀ ਸਰਕਾਰ ਸੀ। ਉਸ ਤੋਂ ਬਾਅਦ ਮੈਨੂੰ ਦੁੱਖ ਇਸ ਗੱਲ ਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਿਹਨੇ ਇਨਸਾਫ ਦਿਵਾਉਣਾ ਸੀ, ਜਿਹਨੇ ਪੰਥ ਦੀ ਅਗਵਾਈ ਕਰਨੀ ਸੀ, ਉਹਨੇ ਸਰਸੇ ਵਾਲੇ ਸਾਧ ਨੂੰ ਤੇ ਗਿੱਦੜ ਚਿੱਠੀ ਦੇ ਮਾਫੀ ਦੇ ਦਿੱਤੀ ਗਈ। ਉਦੋਂ ਵੱਡੀ ਮਾੜੀ ਗੱਲ ਸ਼੍ਰੋਮਣੀ ਕਮੇਟੀ ਨੇ ਕੀਤੀ ਕਿ ਉਹਦਾ ਐਡਾ ਪ੍ਰਚਾਰ ਕੀਤਾ ਗਿਆ, 1,92,00,000 ਰੁਪਇਆ ਇਸ਼ਤਿਹਾਰਾਂ ਤੇ ਖਰਚ ਕਰਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਕਿ ਮਾਫੀ ਸਹੀ ਹੈ, ਇਹ ਪੰਜਾਬ ਦੇ ਹਿੱਤ ਵਿੱਚ ਹੈ, ਇਹ ਪੰਥ ਦੇ ਹਿੱਤ ਵਿੱਚ ਹੈ। ਇਹ ਸਾਰੀਆਂ ਗੱਲਾਂ ਦੀ ਮੈਂ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਸਾਰੀਆਂ ਗੱਲਾਂ। ਪੰਜੋਲੀ ਸਾਹਿਬ ਮਿਹਰਬਾਨੀ, ਮੈਂ ਵਾਪਸ ਆਵਾਂਗਾ ਤੁਹਾਡੇ ਕੋਲੇ। ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ ਟੈਕਨੀਕਲ ਤੌਰ ਤੇ, ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਅਹਿਮ ਮੁੱਦੇ ਤੇ ਆ ਰਹੇ ਹਾਂ ਵਾਪਸ ਕਿ ਆਖਰ ਇਨਸਾਫ ਦੇ ਨਾਂ ਦੇ ਉੱਤੇ ਕਿਉਂ ਹੋ ਰਹੀ ਹੈ ਬੇਇਨਸਾਫੀ ਪੰਜਾਬੀਆਂ ਦੇ ਨਾਲ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲੋਂ ਵੱਡਾ ਵੀ ਕੋਈ ਮੁੱਦਾ ਹੋ ਸਕਦਾ ਹੈ? ਇਸ ਮਾਮਲੇ ਤੇ ਆਪਾਂ ਕਰਾਂਗੇ ਚਰਚਾ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ। ਛਿੱਬੜ ਸਾਹਿਬ, ਜਿਸ ਅਹਿਮ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਸਾਰੇ ਮਹਿਮਾਨ ਇਹਨਾਂ ਘਟਨਾਵਾਂ ਨੂੰ ਬਹੁਤ ਮੰਦਭਾਗੀਆਂ ਕਹਿ ਰਹੇ ਆ, ਨਿੰਦਾ ਕਰ ਰਹੇ ਆ, ਚਾਹੇ ਅਕਾਲੀ ਸਰਕਾਰ ਰਹੀ, ਕੈਪਟਨ ਅਮਰਿੰਦਰ ਸਰਕਾਰ ਰਹੀ, ਸਾਰੇ ਇਸ ਵੇਲੇ ਕਟਹਿਰੇ 'ਚ ਇਸ ਮੁੱਦੇ ਤੇ। ਪਰ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਤੇ ਜੋ ਹੁਣ ਸਿੱਧੂ ਖੁੱਲੇ ਤੌਰ ਤੇ ਗੱਲ ਕਹੀ ਹੈ ਕਿ ਜਿਹੜਾ ਗੁਰੂ ਦਾ ਨਹੀਂ ਬਣ ਸਕਿਆ, ਪੰਜਾਬ ਦਾ ਕਿੱਥੋਂ ਬਣੇਗਾ? ਕੀ ਦੇਖਦੇ ਹੋ ਕਿ ਨਵਜੋਤ ਸਿੱਧੂ ਖੁੱਲ ਕੇ ਇਸ ਮੁੱਦੇ ਤੇ ਕੈਪਟਨ ਨੂੰ ਚੁਣੌਤੀ ਦੇਣ ਲੱਗਿਆ? ਹੁਣ ਸਿੱਧੂ ਸਾਹਿਬ ਦੇਖੋ, ਨਵਜੋਤ ਸਿੱਧੂ ਨੇ ਗੱਲ ਖੁੱਲ ਕੇ ਬੇਸ਼ੱਕ ਵੀ ਕਹਿਤੀ। ਇਸ ਤੋਂ ਇਲਾਵਾ ਅੱਜ ਜਿਹੜੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਮੈਂਬਰ ਆਫ ਪਾਰਲੀਮੈਂਟ ਨੇ, ਲੁਧਿਆਣੇ ਤੋਂ
ਬਿੱਟੂ ਰਮਨੀਤ ਬਿੱਟੂ ਉਹਨਾਂ ਨੇ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਪਰ ਤਿੱਖੇ ਹਮਲੇ ਕੀਤੇ ਨੇ। ਉਹਨਾਂ ਨੇ ਵੀ ਕਿਹਾ ਜੀ। ਕਿ ਹੁਣ ਅਸੀਂ ਲੋਕਾਂ ਨੂੰ ਕਿਆ ਮੂੰਹ ਦਿਖਾਉਣਗੇ। ਰਮਨੀਤ ਬਿੱਟੂ ਨੇ ਅੱਜ ਆਪਣੇ ਫੇਸਬੁੱਕ ਪਰ ਇਹ ਵੀ ਗੱਲ ਕਹੀ ਆ ਕਿ ਜੇਕਰ ਕਿ ਮੈਨੂੰ ਇੱਕ ADGP ਲੈਵਲ ਦੇ ਇੱਕ ਅਧਿਕਾਰੀ ਨੇ ਇਹ ਗੱਲ ਕਹੀ ਕਿ ਜਿਹੜੇ ਅਧਿਕਾਰੀ ਆ ਉਹ ਖੁੱਲ੍ਹ ਕੇ ਬਾਦਲ ਪਰਿਵਾਰ ਦੀ ਮਦਦ ਕਰਦੇ ਨੇ ਵੀ ਇਸ ਮਾਮਲੇ ਦੇ ਵਿੱਚ ਉਹ ਕੁਝ ਨਹੀਂ ਕਰਨਾ ਚਾਹੁੰਦੇ ਵੀ ਜਿਹੜੇ ਉੱਚ ਅਫਸਰ ਆ ਉਹ ਮਿਲੇ ਹੋਏ ਨੇ। ਉਹਨੇ ਸਿੱਧੇ ਤੌਰ ਤੇ ਜਿਹੜੇ ਸਵਾਲ ਆ ਉਹ ਅਫਸਰਸ਼ਾਹੀ ਪਰ ਵੀ ਖੜੇ ਕੀਤੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਪਰ ਵੀ ਖੜੇ ਕੀਤੇ ਨੇ, ਜਿਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਇਹਨਾਂ ਦੇ MLA ਆ ਜਾਂ ਲੀਡਰ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਸਰਕਾਰ ਦੇ ਵਿੱਚ ਜਿਹੜੀ ਪਾਰਟੀ ਦੇ ਆਗੂ ਨੇ ਜਾਂ MLA ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਹੜਾ ਬਿਊਰੋਕਰੇਟ ਆ ਉਹ ਬਹੁਤ ਭਾਰੂ ਨੇ। ਇਸ ਗੱਲ ਤੋਂ ਸਪਸ਼ਟ ਹੁੰਦੀ ਆ 1 ਸਾਲ ਦਾ ਜਿਹੜਾ 10 ਮਹੀਨੇ ਦਾ ਜਿਹੜਾ ਸਮਾਂ ਚੋਣਾਂ ਦੇ ਵਿੱਚ ਬਾਕੀ ਰਹਿ ਗਿਆ, ਇਹਦਾ ਜਿਹੜਾ ਹਰਜਾਨਾ ਹੈ ਉਹ ਪੰਜਾਬ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ। ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਵੀ ਵਿਗੜ ਸਕਦੀ ਆ ਤੇ ਚੋਣਾਂ ਦੇ ਵਿੱਚ ਜਿਹੜਾ ਨੁਕਸਾਨ ਆ ਉਹ ਕਾਂਗਰਸ ਪਾਰਟੀ ਦਾ ਹੋ ਸਕਦਾ ਹੈ। ਜੀ ਛਿਪੜ ਸਾਹਿਬ, ਜਦੋਂ ਨੁਕਸਾਨ ਦੀ ਗੱਲ ਕਰਦੇ ਹਾਂ, ਜਿਸ ਤਰੀਕੇ ਦੀ ਆਵਾਜ਼ ਉੱਠ ਰਹੀ ਹੈ ਕੈਪਟਨ ਅਮਰਿੰਦਰ ਦੇ ਇਸ ਮੁੱਦੇ ਤੇ ਲੈ ਕੇ, ਕੀ ਲੱਗਦਾ ਹੈ ਕਿ ਸਪਸ਼ਟ ਤੌਰ ਤੇ ਜਿਹੜੇ ਐਲੀਗੇਸ਼ਨ ਲੱਗ ਰਹੇ ਸੀਗੇ ਕਾਂਗਰਸ ਦੇ ਅੰਦਰ ਇੱਕ ਬਹੁਤ ਵੱਡਾ ਘਮਸਾਨ ਮਚ ਸਕਦਾ ਆਉਣ ਵਾਲੇ ਦਿਨਾਂ 'ਚ ਕੈਪਟਨ ਅਮਰਿੰਦਰ ਦੇ ਖਿਲਾਫ ਜੇ ਬੇਅਦਬੀ ਦੇ ਮੁੱਦੇ ਤੇ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆ ਰਿਹਾ? ਜੀ ਛਿਪੜ ਜੀ ਸਾਹਿਬ, ਦੇਖੋ ਗੱਲ ਇਹ ਹੈ, ਅਸੀਂ ਇਹ ਖੁੱਲ੍ਹੇਆਮ ਤੇ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਆਪਸ ਵਿੱਚ ਹੀ ਰਲੇ ਹੋਏ ਨੇ, ਪਰ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣ ਗਈ ਕਿ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਆਪਸ ਵਿੱਚ ਹੀ ਰਲੇ ਹੋਏ ਨੇ। ਇਸ ਕਰਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਬਾਦਲ ਪਰਿਵਾਰ ਦੇ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਕਰ ਰਹੇ, ਚਾਹੇ ਤਾਂ ਤੁਸੀਂ ਕੇਬਲ ਮਾਫੀਆ ਦੀ ਗੱਲ ਕਰ ਲਓ, ਚਾਹੇ ਟਰਾਂਸਪੋਰਟ ਮਾਫੀਆ ਕਰ ਲਓ, ਚਾਹੇ ਜਿਹੜੀਆਂ ਮੁੱਦਿਆਂ ਨੂੰ ਲੈ ਕੇ, ਚਾਹੇ ਇਹਨਾਂ ਨੇ ਨਸ਼ੇ ਦੀ ਗੱਲ ਕੀਤੀ ਸੀਗੀ ਅਸੀਂ 4 ਹਫ਼ਤਿਆਂ ਵਿੱਚ ਲੱਕ ਤੋੜ ਦੇਂਗੇ, ਚਾਹੇ ਇਹ ਜਿਹੜੀ ਬੇਅਦਬੀ ਦੇ ਮਾਮਲੇ ਵਿੱਚ ਕਿਹਾ ਸੀਗਾ ਕਿ ਅਸੀਂ ਸਲਾਖਾਂ ਦੇ ਪਿੱਛੇ ਸੁੱਟ ਦੇਵਾਂਗੇ। ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਦੇਖੋ ਜਦੋਂ ਮਾਮਲਾ 9 ਚਲਾਨ ਆ ਜਿਹੜੇ ਪੇਸ਼ ਹੋ ਚੁੱਕੇ ਨੇ, ਜਦੋਂ 10ਵਾਂ ਚਲਾਨ ਅਦਾਲਤ ਵਿੱਚ ਪੇਸ਼ ਹੋਣ ਨੂੰ ਰਹਿੰਦਾ ਸੀਗਾ ਕਾਰਵਾਈ ਬਹੁਤ ਨੇੜੇ ਲੱਗ ਗਈ ਸੀਗੀ। ਵੱਡੇ ਲੀਡਰਾਂ ਦੇ ਨਾਮ ਆ ਉਸ ਰਿਪੋਰਟ ਦੇ ਵਿੱਚ ਆਉਣੇ ਸੀਗੇ, ਚਲਾਨ ਪੇਸ਼ ਹੋਣਾ ਸੀਗਾ, ਤਾਂ ਇੱਕਦਮ ਜਾ ਕੇ ਜਿਹੜਾ ਹਾਈ ਕੋਰਟ ਨੇ ਜਾ ਕੇ ਇਹ ਜਿਹੜਾ ਇਹਦੀ ਕਮਰ ਵਿਜੇ ਪ੍ਰਤਾਪ ਵਾਲੀ ਜਿਹੜੀ ਰਿਪੋਰਟ ਆ ਜਿਹੜੀ ਜਾਂਚ ਪੜਤਾਲ ਆ ਉਹਨੂੰ ਰੱਦ ਕਰ ਦਿੱਤਾ। ਅਸੀਂ ਨਹੀਂ ਕਹਿੰਦੇ ਵੀ ਹਾਈ ਕੋਰਟ ਨੇ ਕਿਉਂ ਕੀਤਾ ਜਾਂ ਕਿਆ ਕੀਤਾ, ਉਹਦੇ ਵਿੱਚ ਕਈ ਖਾਮੀਆਂ ਰਹਿ ਗਈਆਂ ਹੋਣਗੀਆਂ ਕਿਉਂਕਿ ਜਿਹੜੀ ਅਦਾਲਤ ਆ ਉਹ ਗਵਾਹ ਨੂੰ ਲੈ ਕੇ ਜਾਂ ਸਬੂਤਾਂ ਦੇ ਆਧਾਰ ਪਰ ਆਪਣੇ ਫੈਸਲੇ ਦਿੰਦੀ ਆ, ਹੋ ਸਕਦਾ ਸਬੂਤਾਂ ਦੇ ਵਿੱਚ ਕਮੀਆਂ ਰਹੀਆਂ ਹੋਣਗੀਆਂ। ਤੁਹਾਡੇ ਯਾਦ ਇਹ ਵੀ ਹੋਵੇਗਾ, ਸਾਡੇ ਸਰੋਤਿਆਂ ਨੂੰ ਵੀ ਪਤਾ ਹੈ, ਪਾਠਕਾਂ ਨੂੰ ਵੀ ਪਤਾ ਹੈ, ਪੰਜਾਬ ਦੇ ਇਕੱਲੇ ਬੰਦੇ ਨੂੰ ਪਤਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਦੇ ਖਿਲਾਫ ਕਰਪਸ਼ਨ ਦਾ ਕੇਸ ਦਰਜ ਕੀਤਾ, ਹੋਰ ਜਿਹੜੇ ਮੰਤਰੀ ਦੇ ਉਦੋਂ ਬਾਦਲ ਦੀ ਸਰਕਾਰ ਦੇ ਦੌਰਾਨ ਮੰਤਰੀਆਂ ਦੇ ਪਰ ਵੀ ਕੇਸ ਦਰਜ ਕੀਤੇ ਸੀਗੇ ਭ੍ਰਿਸ਼ਟਾਚਾਰ ਦੇ, ਉਹ ਸਾਰੇ ਜਿਹੜੇ ਉੱਚ ਅਧਿਕਾਰੀ ਸੀਗੇ ਪੁਲਿਸ ਦੇ ਉੱਚ ਅਧਿਕਾਰੀ ਹੋਸਟਾਈਲ ਹੋਏ, ਆਪਣੀ ਗਵਾਹੀ ਤੋਂ ਮੁੱਕਰੇ। ਉਹ ਜਿੰਨੇ ਵੀ ਅਫਸਰ ਸੀਗੇ ਅੱਜ ਕਿੱਥੇ ਉੱਚ ਅਹੁਦਿਆਂ ਤੇ ਬੈਠੇ ਕਿ ਨਹੀਂ ਬੈਠੇ ਜੀ। ਉਹ ਤੋਂ ਬਾਅਦ ਜਦੋਂ ਅਕਾਲੀ ਦਲ ਦੀ ਸਰਕਾਰ ਆਈ ਤਾਂ ਅਕਾਲੀ ਦਲ ਦੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਲੁਧਿਆਣਾ ਸਿਟੀ ਸਕੈਮ ਤੇ ਹੋਰ ਕੇਸ ਦਰਜ ਕੀਤੇ। ਉਹਨਾਂ ਕੇਸਾਂ ਦੇ ਵਿੱਚ ਵਿਜੀਲੈਂਸ ਨੇ ਜਿਹੜੀ ਆਪਣੀ ਰਿਪੋਰਟ ਕੈਂਸਲੇਸ਼ਨ ਕੀਤੀ। ਇਹ ਤੋਂ ਜਿਹੜਾ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਇਹ ਬਣ ਗਈ ਕਿ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਬਚਾ ਰਹੇ ਨੇ, ਮਿਲ ਕੇ ਚੱਲ ਰਹੇ ਨੇ। ਦੂਜੇ ਆਮ ਆਦਮੀ ਪਾਰਟੀ ਤੇ ਹੋਰ ਪਾਰਟੀਆਂ ਜਿਹੜੀਆਂ ਉਹ ਵੀ ਇਸੇ ਗੱਲ ਨੂੰ ਲੈ ਕੇ ਹਮਲੇ ਕਰ ਰਹੀਆਂ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਪਰ ਵੀ ਮਿਲ ਕੇ ਗੇਮ ਖੇਡ ਰਹੇ ਨੇ। ਮਿਲਦੇ ਆ ਨਹੀਂ ਮਿਲਦੇ, ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਖੰਡਨ ਵੀ ਨਹੀਂ ਕੀਤਾ, ਕੰਟਰਾਡਿਕਸ਼ਨ ਵੀ ਨਹੀਂ ਕੀਤਾ ਕਿ ਮੈਂ ਮਿਲਿਆ ਹੋਇਆ ਨਹੀਂ ਹੈਗਾ, ਮੇਰੇ ਪਰ 2 ਝੂਠੇ ਲਾ ਰਹੇ ਨੇ। ਇਹ ਲੋਕਾਂ ਦੀ ਜਿਹੜੀ ਪਰਸੈਪਸ਼ਨ ਆ ਜਿਹੜੀ ਮਿੱਥ ਆ ਉਹ ਬਹੁਤ ਬਣੀ ਹੋਈ ਆ, ਇਹ ਗਲਤ ਬਣੀ ਆ, ਠੀਕ ਹੋਣੀ ਆ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਲੋਕ ਅੱਜ ਗੱਲਾਂ ਕਰਦੇ ਨੇ। ਇਹਦਾ ਜਿਹੜਾ ਨੁਕਸਾਨ ਆ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਠਾਉਣਾ ਪੈ ਸਕਦਾ ਹੈ। ਜੀ ਹਰਕਮਲ ਜੀ, ਬਹੁਤ ਵੱਡੇ ਮੁੱਦੇ ਤੇ ਚਰਚਾ, ਤੁਸੀਂ ਵੀ ਬ੍ਰੇਕ ਤੋਂ ਪਹਿਲਾਂ ਇਸ ਮਾਮਲੇ ਤੇ ਗੱਲ ਕਰ ਰਹੇ ਸੀ, ਛਿੱਬੜ ਸਾਹਿਬ ਨੇ ਬਾਕੀ ਮਹਿਮਾਨਾਂ ਨੇ ਵੀ ਕਿਹਾ ਨਾ ਕਿ ਨਵਜੋਤ ਸਿੱਧੂ ਜਿੱਦਾਂ ਹੁਣ ਆ ਰਿਹਾ ਕਿ ਪਾਰਟੀ ਦੇ ਦੂਜੇ ਵੀ ਨੇਤਾ ਜਿਹੜੇ ਇਸ ਮੁੱਦੇ ਤੇ ਸਵਾਲ ਉਠਾ ਰਹੇ ਹੈ, ਕੀ ਲੱਗਦਾ ਕਿ ਬਹੁਤ ਵੱਡਾ ਘਮਸਾਨ ਮਚੇਗਾ ਹਾਕਮ ਧਿਰ ਦੇ ਅੰਦਰ ਜੇ ਬੇਅਦਬੀ ਦੇ ਮੁੱਦੇ ਤੇ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆ ਰਿਹਾ ਆਉਣ ਵਾਲੇ ਦਿਨਾਂ 'ਚ? ਕਿਵੇਂ ਦੇਖਦੇ ਜੋ ਪ੍ਰਸਥਿਤੀਆਂ ਇਸ ਵੇਲੇ ਹਾਕਮ ਧਿਰ ਦੇ ਅੰਦਰ ਬਣੀਆਂ ਤੇ ਜਿੱਦਾਂ ਨਵਜੋਤ ਸਿੱਧੂ ਨੇ ਵੀ ਜਾ ਕੇ ਖੁੱਲੇ ਤੌਰ ਤੇ ਬੁਰਜਵਾਰ ਸਿੰਘ ਵਾਲਾ ਜਾ ਕੇ ਸਟੈਂਡ ਲਿਆ? ਦੇਖੋ ਜਗਤਾਰ ਜੀ, ਜਿਹੜੀ ਪੰਜੌਲੀ ਜੀ ਨੇ ਗੱਲ ਕਹੀ ਹੈ, ਗੱਲ ਤੇ ਉਹ ਅਸਲੀ ਬਹੁਤ ਠੀਕ ਹੈ ਕਿ ਅਸੀਂ ਲੋਕ ਆਪਣੇ ਇਖਲਾਕ ਤੋਂ ਕਿਰਦਾਰ ਤੋਂ ਬਹੁਤ ਗਿਰ ਚੁੱਕੇ ਹਾਂ।
ਤੁਸੀਂ ਦੇਖੋ ਕਿ ਅੱਜ ਕਾਂਗਰਸ ਪਾਰਟੀ ਦੇ ਜਿੰਨੇ ਵਿਧਾਨਕਾਰ ਨੇ, ਜਿੰਨੇ ਲੀਡਰ ਨੇ, ਉਹ ਚੁੱਪ ਕਰਕੇ ਬੈਠੇ ਨੇ, ਕੋਈ ਬੋਲਣ ਨੂੰ ਤਿਆਰ ਨਹੀਂ, ਕੋਈ ਟਾਮਾ ਟਾਮਾ ਬੋਲ ਰਿਹਾ ਹੈ। ਨਹੀਂ ਤੇ ਇਹ ਇਸ਼ੂ ਇੱਕ ਇਹੋ ਜਿਹਾ ਸੀ ਜਿਹੜਾ ਸਾਰਿਆਂ ਨਾਲ ਸੰਬੰਧਿਤ ਸੀ, ਪਰ ਕਿਉਂਕਿ ਸਾਰਿਆਂ ਦੇ ਅੱਗੇ ਚਾਰਾ ਪਾਇਆ ਹੈ, ਕੈਪਟਨ ਅਮਰਿੰਦਰ ਸਿੰਘ ਨੇ ਹਰਾ ਚਾਰਾ ਪਿਆ ਹੈ, ਉਹ ਸਾਰੇ ਆਪਣਾ ਆਪਣਾ ਕੰਮ ਕਰਨ ਚ ਲੱਗੇ ਨੇ। ਕੋਈ ਰੇਤ ਵਲੇਟ ਰਿਹਾ, ਕੋਈ ਬਜਰੀ ਇਕੱਠੀ ਕਰ ਰਿਹਾ, ਕੋਈ ਆਪਣੇ ਨਾਈਟ ਕਲੱਬ ਚਲਾ ਰਿਹਾ, ਕੋਈ ਹੁੱਕਾ ਬਾਰ ਚਲਾ ਰਿਹਾ, ਸਭ ਇਹੋ ਜਿਹੇ ਕੰਮਾਂ ਚ ਲੱਗੇ ਨੇ। ਅਸਲੀ ਜਿਹੜੀ ਗੱਲ ਇਲੈਕਸ਼ਨ ਵੀ ਤਾਂ ਲੜਨੀ ਹੈ ਨਾ, ਅਗਲੀ ਇਲੈਕਸ਼ਨ ਵੀ ਲੜਨੀ ਹੈ, ਵੋਟਾਂ ਵੀ ਖਰੀਦਣੀਆਂ ਹੁੰਦੀਆਂ, ਬਹੁਤ ਸਾਰੇ ਕੰਮ ਹੈ। ਪਰ ਮਸਲਾ ਇਹ ਹੈਗਾ ਜਗਤਾਰ ਜੀ, ਮੇਰੀ ਇੱਕ ਗੱਲ ਨੋਟ ਕਰ ਲਓ, ਜਿਵੇਂ ਬਰਗਾੜੀ ਚ ਜਾ ਕੇ ਉਦੋਂ ਸ਼ੁਰੂ ਚ 20-50 ਬੰਦੇ ਬੈਠੇ ਸੀ, ਔਰ ਜਿੰਨਾ ਵੱਡਾ ਉਹ ਬਾਅਦ ਚ ਕਾਰਵਾ ਬਣਿਆ, ਜਿੰਨੀ ਵੱਡੀ ਉਹ ਮੂਵਮੈਂਟ ਬਣ ਗਈ ਸੀ, ਉਹ ਸਾਡੇ ਸਾਹਮਣੇ ਮੈਂ ਇੱਕ ਉਦਾਹਰਣ। ਔਰ ਮੇਰੀ ਤੁਸੀਂ ਗੱਲ ਅੱਜ ਨੋਟ ਕਰ ਲਓ, ਜਿੱਥੇ ਕਿਤੇ 4 ਸਿੱਖ ਖੜੇ ਹੋ ਕੇ ਤੁਰ ਪਏ ਨਾ, ਜਿਵੇਂ ਨਵਜੋਤ ਬਾਰੇ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ ਇਹ ਗੱਲ, ਕਿ ਜੇ ਨਵਜੋਤ ਨੇ ਹੀ ਮਾਰਚ ਸ਼ੁਰੂ ਕਰ ਦਿੱਤੀ 4 ਬੰਦੇ ਨਾਲ ਲੈ ਕੇ, ਤੁਸੀਂ ਦੇਖਣਾ ਸਾਰਾ ਪੰਜਾਬ ਮਗਰ ਲੱਗ ਜਾਏਗਾ, ਪੂਰੀ ਸਿੱਖ ਕਮਿਊਨਿਟੀ ਮਗਰ ਲੱਗ ਜਾਏਗੀ। ਲੋਕ ਲੀਡਰਾਂ ਦੇ ਨਾਲ ਨਹੀਂ ਹੈਗੇ। ਆਮ ਜਿਹੜਾ ਸਿੱਖ ਹੈਗਾ ਉਹ ਲੀਡਰਾਂ ਤੋਂ ਬਹੁਤ ਨਿਰਾਸ਼ ਹੋ ਚੁੱਕਾ ਹੈ, ਉਹ ਬਹੁਤ ਦੁਖੀ ਨੇ। ਇਹ ਲੀਡਰਸ਼ਿਪ ਬਹੁਤ ਹੱਦ ਤੱਕ ਐਕਸਪੋਜ਼ ਹੋ ਚੁੱਕੀ ਹੈ। ਇਹ ਸਿਰਫ ਕਾਰਨ ਇਹ ਹੈਗਾ ਕਿ ਜੇ ਲੋਕਾਂ ਨੂੰ ਆਲਟਰਨੇਟਿਵ ਨਹੀਂ ਮਿਲ ਰਿਹਾ। ਔਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਤੁਸੀਂ ਦੇਖਣਾ ਕੈਪਟਨ ਅਮਰਿੰਦਰ ਸਿੰਘ ਲਈ ਕਿੰਨੀ ਮਹਿੰਗੀ ਪਏਗੀ। ਅਫਸੋਸ ਦੀ ਗੱਲ ਇਹ ਵੀ ਏਡੇ ਵੱਡੇ ਲੀਡਰ ਨੇ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਜੇ ਆ ਇਸ਼ੂ ਖੜਾ ਹੋ ਗਿਆ ਇਹਦਾ 10 ਦਿਨ ਬਾਅਦ ਕੀ ਅਸਰ ਪੈ ਸਕਦਾ ਹੈ, ਮਹੀਨੇ ਬਾਅਦ ਕੀ ਅਸਰ ਪੈ ਸਕਦਾ ਹੈ, ਜਾਂ 2 ਮਹੀਨੇ ਬਾਅਦ ਕੀ ਅਸਰ ਪੈ ਸਕਦਾ ਹੈ। ਇਹ ਲੀਡਰ ਇਸ ਗੱਲ ਨੂੰ ਵਿਜ਼ੂਅਲਾਈਜ਼ ਹੀ ਨਹੀਂ ਕਰ ਰਹੇ, ਅੰਦਾਜ਼ਾ ਹੀ ਨਹੀਂ ਲਾ ਰਹੇ ਹੈਗੇ। ਮੈਨੂੰ ਲੱਗਦਾ ਜਾਂ ਇਹਨਾਂ ਨੂੰ ਗਰਾਊਂਡ ਰਿਐਲਿਟੀਜ਼ ਦਾ ਪਤਾ ਹੀ ਨਹੀਂ ਹੈਗਾ ਕਿ ਕਿਸੇ ਹੋਰ ਦੁਨੀਆ 'ਚ ਤੁਰੇ ਫਿਰਦੇ ਨੇ। ਮੈਨੂੰ ਜਿਹੜੀ ਗੱਲ ਨਜ਼ਰ ਆ ਰਹੀ ਹੈ ਕਿ ਇਹ ਇਸ਼ੂ ਬਹੁਤ ਸੀਰੀਅਸ ਹੈਗਾ। ਕਾਂਗਰਸ ਦੇ ਅੰਦਰ ਵੀ ਘਮਸਾਨ ਪਏਗਾ ਇਹਦੇ ਨਾਲ, ਕਾਂਗਰਸ ਦੇ ਬਾਹਰ ਵੀ ਘਮਸਾਨ ਪਏਗਾ। ਔਰ ਜਿਹੜੀ ਇਹ ਗੱਲ ਤੁਸੀਂ ਇਹ ਦੇਖੋ ਕਿ ਮੈਨੂੰ ਇੱਕ ਮੰਤਰੀ ਨੇ ਕੱਲ ਦੱਸਿਆ, ਉਹ ਕਹਿੰਦੇ ਜੀ ਪਹਿਲੀ ਮੀਟਿੰਗ ਹੋਈ ਕਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ, ਉਹਦੇ 'ਚ 2-3 ਮੰਤਰੀ ਬੈਠੇ ਸੀ, ਸੁਖਜਿੰਦਰ ਰੰਧਾਵਾ ਸੀ, ਤ੍ਰਿਪਤ ਬਾਜਵਾ ਸੀ, ਕੀ ਢਿੱਲੋਂ ਬਤੌਰ ਉਹਨਾਂ ਨੇ ਐਡਵਾਈਜ਼ਰ ਸੱਦਿਆ ਹੋਇਆ ਸੀ, ਔਰ ਇੱਕ ਮੰਤਰੀ ਉਹ ਸੁਖ ਸਰਕਾਰੀਆ ਸੀ ਨਾਲ। कमर विजय प्रताप ने पहली मीटिंग से आके कहता, कहता जी सीएम साहब मैं आपसे कोई बात इन वजीरों की हाजिरी में नहीं करूंगा। दूजी गल वो कहता, कहता जी मैनू एडवोकेट जनरल तो कोई एडवाइस की लोड़ नहीं, मैं इसकी इंटैग्रिटी ते डाउट करना जी। असलीयत ये वे कि ना तो उन्हें एडवोकेट जनरल के दफ्तर नाल कोई राबता रखिया, ना उन्हें किसी पोलिटिकल लीडर तो कोई एडवाइस लैन की लोड़ समझी। सीएम साहब नाल की गल करता रहा पता नहीं हैगा, सीएम नूं मिलदा रहा, उन्हां नाल शेयर करता रहा, एडवाइस लैंदा रहा, ठीक है। लेकिन अज की डेट च जिहड़ा ये हुण सामने जो कुछ आ गया है, देखो जस्ट जिवें टैक्नीकल ग्राउंड्स दे उत्ते हाई कोर्ट ने उड़ा दिता है। मेरे ख्याल कोई भी जज हुंदा उन्हें ये चीज़ां टॉलरेट नहीं सी करनियां। टैक्नीकल ग्राउंड से तुसीं किसी केस नूं बचा नहीं सकते। और मैं समझदा कि जी जी हरकमल जी समय के लिहाज नाल मैं संक्षेप च जवाब जरूर लेना चाहांगा। टैक्नीकल ग्राउंड होवे, लीगल ग्राउंड होवे, चाहे नंदा होवे जां जिहड़ा है कुंवर विजय प्रताप होवे जां कोई होर अधिकारी हो सकता है, आखिरकार जिहड़ा पंजाबियां नाल वादा किने कीता सी कैप्टन आपदे ही तां ओहदी होएगी ना जी। अधिकारियों की तो बहुत वड्डी फौज हो सकती है, वकीलों की भी बहुत वड्डी फौज हो सकती है। देखो असलियत ये हाँ देखो जो तुसी गल कह रहे हो ये बिल्कुल ठीक है। जवाबदेही तो चीफ मिनिस्टर दी है, वो चीफ मिनिस्टर भी है, वो होम मिनिस्टर भी हैगा है, ਉਹਦੇ ਥੱਲੇ ਇਹ ਸਾਰੇ ਮਹਿਕਮੇ ਨੇ, ਉਹ ਮਹਿਕਮੇ ਇਨਵੈਸਟੀਗੇਟ ਕਰ ਰਹੇ ਨੇ, ਸੀਐਮ ਆਪ ਉਤੋਂ ਮੋਨੀਟਰ ਕਰ ਰਿਹਾ, ਡਾਇਰੈਕਟ ਮੋਨੀਟਰ ਕਰ ਰਿਹਾ ਹੈਗਾ। ਤੇ ਫੇਲਿਅਰ ਕਿਹਦਾ ਹੈਗਾ? ਸੀਐਮ ਦਾ ਆਪਣਾ ਫੇਲਿਅਰ ਹੈਗਾ ਜੀ ਜੀ। ਓਕੇ ਅਸੀਂ ਇਹ ਕਹੀ ਜਾਈਏ ਕਿ ਫਲਾਣਾ ਥੱਲੇ, ਜਿਵੇਂ ਨਵਜੋਤ ਸਿੱਧੂ ਨੇ ਕਿਹਾ ਵੀ ਜਿਹੜਾ ਗੋਲੀ ਚਲਾਉਣ ਵਾਲਾ ਜ਼ਿੰਮੇਵਾਰ ਬੰਦਾ ਤੇ ਉਹ ਵੀ ਕਿ ਜਿਹਨੇ ਆਰਡਰ ਕੀਤਾ, ਜਿਹੜਾ ਥੱਲੇ ਸਪਾਈ ਚਲਾ ਰਿਹਾ ਉਹ ਤਾਂ ਨਹੀਂ ਹੈਗਾ ਜ਼ਿੰਮੇਵਾਰ। ਸੋ ਮੇਰੇ ਖਿਆਲ ਦੇ ਪਿਆਦਾ ਜ਼ਿੰਮੇਵਾਰ ਨਹੀਂ ਜੀ, ਉਹ ਪਿਆਦਾ ਜ਼ਿੰਮੇਵਾਰ ਨਹੀਂ ਹੋਏਗਾ। ਇਹ ਵੀ ਅੱਜ ਦੀ ਡੇਟ 'ਚ ਆਪਾਂ ਜੋ ਮਰਜ਼ੀ ਕਹਿ ਲਈਏ, ਅਲਟੀਮੇਟਲੀ ਕੈਪਟਨ ਅਮਰਿੰਦਰ ਇਸ ਗੱਲ ਲਈ ਜ਼ਿੰਮੇਵਾਰ ਬਣੇਗਾ। ਲੋਕੀ ਉਹਨੂੰ ਜ਼ਿੰਮੇਵਾਰ ਬਣਾਉਣਗੇ ਔਰ ਉਹਨੂੰ ਇਹਦਾ ਅਫਜ਼ਾਨਾ ਭੁਗਤਣਾ ਪਏਗਾ। ਓਕੇ ਥੈਂਕ ਯੂ ਵੈਰੀ ਮਚ ਜਸਪਾਲ ਢਿੱਲੋਂ ਜੀ। ਮੈਂ ਆਖਰ ਦੇ ਵਿੱਚ ਜਿਹੜਾ ਹੈਗਾ ਸਾਰੇ ਇਸ਼ੂ ਦੇ ਉੱਤੇ ਜ਼ਰੂਰ ਪੰਜੋਲੀ ਸਾਹਿਬ ਤੋਂ ਇਹਦੇ ਤੇ ਕਮੈਂਟਸ ਲਗਾ। ਇਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਇਸ ਮੁੱਦੇ ਤੇ ਤੁਸੀਂ ਗੱਲ ਕਰੋਗੇ। ਜਦੋਂ ਆਪਾਂ ਦੇਖ ਰਹੇ ਹਾਂ ਜੋ ਪਰਿਸਥਿਤੀਆਂ ਇਸ ਵੇਲੇ ਬਣੀਆਂ, ਆਖਿਰਕਾਰ ਜ਼ਿੰਮੇਵਾਰੀ ਅਧਿਕਾਰੀਆਂ ਦੇ ਪੱਧਰ ਤੇ ਕਿਸੇ ਦੀ ਹੋਵੇ, ਪਰ ਜੋ ਸਥਿਤੀ ਬਣੀ ਵੀ ਹੈ ਇਸ ਵੇਲੇ ਕੈਪਟਨ ਅਮਰਿੰਦਰ ਦੀ ਸਰਕਾਰ ਦੀ, ਇਹ ਬਹੁਤ ਵੱਡਾ ਮਾਮਲਾ ਆਉਣ ਵਾਲੇ ਦਿਨਾਂ 'ਚ ਬਣਦਾ ਨਜ਼ਰ ਆਉਂਦਾ, ਕਿਉਂਕਿ ਪੰਜਾਬੀ ਬੇਅਦਬੀ ਦਾ ਮੁੱਦਾ ਕਦੇ ਵੀ ਭੁੱਲ ਨਹੀਂ ਸਕਦੇ।
ਦੇਖੋ ਇਹ ਜਿਹੜਾ ਸਥਿਤੀ ਇਸ ਕਿਸਮ ਦੀ ਬਣੀ ਹੋਈ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ। ਪਿਛਲਾ ਸਮਾਂ ਯਾਦ ਕਰੋ, ਜਦੋਂ ਇਹ ਬੇਅਦਬੀਆਂ ਹੋਈਆਂ ਸਨ, ਉਸ ਤੋਂ ਬਾਅਦ ਬਾਦਲ ਪਰਿਵਾਰ ਦਾ, ਬਾਦਲ ਸਰਕਾਰ ਨੂੰ ਲੋਕਾਂ ਨੇ ਮਤਲਬ ਮੂੰਹ ਲਾਉਣਾ ਬੰਦ ਕਰਤਾ ਸੀ। ਅੱਜ ਤੱਕ ਉਹ ਖਿਆਜਾ ਉਸ ਗੱਲ ਦਾ ਭੁਗਤ ਰਹੇ ਨੇ। ਜਿਹੜੀ ਗੱਲ ਕਰਕੇ ਬਿਲਕੁਲ। ਕੈਪਟਨ ਅਮਰਿੰਦਰ ਸਿੰਘ ਆਏ ਸੀ, ਪੰਜੋਲੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਕਿਰਦਾਰ ਖਤਮ ਕਰ ਲਏ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੋਂ ਲੋਕਾਂ ਨੂੰ ਇੱਕ ਆਸ ਸੀ ਕਿ ਜਿਵੇਂ ਛੇਵੇਂ ਪਾਤਸ਼ਾਹ ਨੇ ਉਹਨਾਂ ਦੇ ਪਰਿਵਾਰ ਨੂੰ ਵਰ ਦਿੱਤਾ ਹੈ, ਤੇਰਾ ਘਰ ਸੋ ਮੇਰਾ ਆਸਾ ਹੈ, ਉਹ ਸਾਰੇ ਦਾ ਸਾਰਾ ਬਾਬਾ ਆਲਾ ਸਿੰਘ ਤੁਹਾਡੇ ਗੁਆਂਢੀ ਪਿੰਡ ਢਵਾਲੀ ਤੋਂ ਪੈਦਾ ਹੋਏ, ਇੱਥੋਂ ਤੱਕ ਪਹੁੰਚੇ, ਪਟਿਆਲਾ ਸਰ ਕੀਤਾ, ਇਹਨਾਂ ਨੂੰ ਵਰ ਦਿੱਤਾ। ਇਹਨਾਂ ਦੇ ਕੋਲ ਗੁਰੂ ਸਾਹਿਬ ਦੀਆਂ ਕੁਝ ਨਿਸ਼ਾਨੀਆਂ ਵੀ ਸਾਂਭੀਆਂ ਹੋਈਆਂ ਨੇ। ਅੱਜ ਜਿਹੜੀ ਚੀਜ਼ ਫੈਲੀ ਹੈ, ਉਸ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਭਰੋਸਾ ਉੱਠਣਾ ਸ਼ੁਰੂ ਹੋ ਗਿਆ ਕਿ ਜਿਵੇਂ 295 ਦਾ ਪਰਚਾ ਦਰਜ ਕੀਤਾ ਸੀ, ਜਦੋਂ ਗੁਰੂ ਗੋਬਿੰਦ ਸਿੰਘ ਦਾ ਸਾਂਗ ਕਰਕੇ ਇੱਕ ਸ਼ਰਬਤ ਪਿਲਾ ਕੇ ਸਰਸੇ ਵਾਲੇ ਨੇ ਕੰਮ ਕੀਤਾ, ਉਹ ਕੇਸ ਜਿਵੇਂ ਵਿਡਰਾ ਕੀਤਾ ਗਿਆ, ਉਸ ਨਾਲ ਬਾਦਲ ਪਰਿਵਾਰ ਨੂੰ ਕਿੱਥੋਂ ਤੱਕ ਦਾ ਖਿਆਜਾ ਭੁਗਤਣਾ ਪਿਆ। ਉਸੇ ਤਰ੍ਹਾਂ ਦੀ ਸਥਿਤੀ ਅੱਜ ਪੈਦਾ ਹੋ ਰਹੀ ਹੈ। ਜਿੰਨੀਆਂ ਸਿੱਖ ਸੰਸਥਾਵਾਂ ਦੇ ਨਾਲ ਗੱਲ ਕਰਕੇ ਦੇਖ ਲਓ, ਜਿਹੜੇ ਥੋੜਾ ਬਹੁਤਾ ਵੀ ਸਿੱਖ ਧਰਮ 'ਚ ਵਿਸ਼ਵਾਸ ਰੱਖਦੇ ਨੇ, ਉਹਨਾਂ ਦੇ ਹਿਰਦੇ ਬਲੂੰਦਰੇ ਪਏ ਨੇ ਇੱਕਦਮ ਦੇ ਨਾਲ। ਔਰ ਅਗਲੇ ਸਮੇਂ ਦੇ ਵਿੱਚ ਇਹ ਬਹੁਤ ਵੱਡੀ ਪੱਧਰ ਦੇ ਉੱਤੇ ਮਾਮਲਾ ਉੱਠੂਗਾ। ਔਰ ਜਿਵੇਂ ਅੱਜ ਬੀਜੇਪੀ ਵਾਲਿਆਂ ਨੂੰ ਖੱਟੜ ਨੂੰ ਪੁੱਛ ਲਓ, ਉੱਥੇ ਤਾਂ ਕੋਈ ਇਹੋ ਜਿਹਾ ਧਾਰਮਿਕ ਮਾਮਲਾ ਨਹੀਂ ਹੈਗਾ, ਕਿਸਾਨ ਹੀ ਨੱਕ 'ਚ ਦਮ ਕਰੀ ਬੈਠੇ ਨੇ। ਉਸੇ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਇਹਨੂੰ ਪ੍ਰੋਟੈਕਟ ਕਰਨਾ ਸੀ, ਜਿਹੜੇ ਲੋਕ ਕਾਨੂੰਨੀ ਤੌਰ ਤੇ ਪ੍ਰੋਟੈਕਟ ਕਰਨਾ ਸੀ, ਉਹ ਇਸ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਏ ਨੇ। ਉਹਨਾਂ ਨੇ ਉਹ ਪ੍ਰੋਟੈਕਸ਼ਨ ਨਹੀਂ ਕੀਤੀ ਜੋ ਕਰਨੀ ਬਣਦੀ ਸੀ। ਤੁਸੀਂ ਇਸ ਐਡਵੋਕੇਟ ਜਨਰਲ ਦੇ 5-7 ਕੇਸਾਂ ਤੇ ਝਾਤੀ ਮਾਰੋ, ਉਹ ਕੇਸ ਕਿਤੇ ਲੱਭਦੇ ਨੇ। ਇਹਨਾਂ ਰਾਜਸੀ ਪਾਰਟੀਆਂ ਨੇ ਲਾਹੇ ਤਾਂ ਬਹੁਤ ਲਏ। ਸਤਲੁਜ ਜਮਨਾ ਸੰਪਰਕ ਨਹਿਰ ਦੇ ਉੱਤੇ ਜਿਹੜਾ ਹਰਿਆਣੇ ਦਾ ਐਡਵੋਕੇਟ ਜਨਰਲ ਸੀ ਮਿਸਟਰ ਅਗਰਵਾਲ, ਉਹ ਬਾਦਲ ਪਰਿਵਾਰ ਨੇ ਪੰਜਾਬ ਦਾ ਵਕੀਲ ਕਰ ਲਿਆ। ਤੁਸੀਂ ਕਿਵੇਂ ਸਮਝਦੇ ਹੋ ਕਿ ਉਹ ਜਿਤਾ ਕੇ ਦਿੰਦਾ? ਜਿਹੜੀ ਚੀਜ਼ ਦੀ ਪੋਜੀਸ਼ਨ ਇਸ ਵੇਲੇ ਅਤੁਲ ਨੰਦਾ ਦੀ ਉੱਠ ਰਹੀ ਹੈ, ਵੱਖ-ਵੱਖ ਆਗੂਆਂ ਵੱਲੋਂ ਸਵਾਲ ਚੱਕੇ ਜਾ ਰਹੇ ਨੇ। ਕਾਂਗਰਸ ਦੇ ਅੰਦਰ ਘਮਸਾਨ ਵੱਡੀ ਪੱਧਰ ਤੇ ਸ਼ੁਰੂ ਹੋ ਚੁੱਕਿਆ ਹੈ। ਜਿਹੜਾ ਉੱਥੇ ਜਾ ਕੇ ਨਵਜੋਤ ਸਿੱਧੂ ਨੇ ਬਹੁਤ ਵੱਡੀ ਗੱਲ ਕਹੀ, ਉਹ ਬਹੁਤ ਕਰਦੀ ਹੈ। ਜਿਵੇਂ ਹਰਕਮਲ ਜੀ ਨੇ ਕਿਹਾ ਕਿ ਜੋ ਲਹਿਰ ਬਣ ਗਈ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ, ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਰਾਖੀ ਨਹੀਂ ਕਰ ਸਕਦਾ ਔਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹਮਲੇ ਹੋਏ ਉਹਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਦੇ ਸਕਦਾ, ਉਹ ਪੰਜਾਬ ਦਾ ਕਿਵੇਂ ਬਣ ਸਕਦਾ? ਸਿੱਧੇ ਰੂਪ ਦੇ ਵਿੱਚ ਉਹਨਾਂ ਦਾ ਨਿਸ਼ਾਨਾ ਕੈਪਟਨ ਅਮਰਿੰਦਰ ਸਿੰਘ ਤੇ ਸੀ। ਔਰ ਜਿੱਥੇ ਤੱਕ ਇਹ ਪੋਜੀਸ਼ਨ ਪਹੁੰਚ ਗਈ, ਅਗਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਇਹਦਾ ਜਿਹੜਾ ਖਿਮਿਆਜਾ ਉਹ ਕਾਂਗਰਸੀਆਂ ਨੂੰ ਭੁਗਤਣਾ ਪਵੇਗਾ। ਠੀਕ ਹੈ, ਇਸ ਵੇਲੇ ਕੋਈ ਬਾਜਾ ਰੇਤ ਦਾ ਵਜਾ ਰਿਹਾ ਹੈ, ਉਧਰੋਂ ਪਹਿਲਾਂ ਕਿਹਾ ਸੀ ਕਿ ਮੈਂ ਬੱਸਾਂ ਉਹ ਕਰਾ ਦੂੰਗਾ, ਮੈਂ ਮਾਈਨਿੰਗ ਤੇ ਕੰਮ ਕਰਾਂਗਾ। ਸਾਰੇ ਦੇ ਸਾਰੇ ਕੰਮ, ਇੱਥੋਂ ਤੱਕ ਕਿ ਇੱਕ ਪਰਿਵਾਰ ਦੀ ਇਜਾਰੇਦਾਰੀ ਕੀਰਤਨ ਤੇ ਵੀ ਕੀਤੀ ਵੀ ਹੈ, ਉਹ ਸਾਰੇ ਦਾ ਸਾਰਾ ਜਿਹੜਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਉੱਠਣਗੇ ਸਵਾਲ ਇਹਨਾਂ ਮੁੱਦੇ ਤੇ। ਬਿਲਕੁਲ ਅੱਜ ਜੀ ਢਿੱਲੋਂ ਸਾਹਿਬ, ਇਹਨਾਂ ਦਾ ਵੀ ਹਾਲ ਉਸੇ ਤਰ੍ਹਾਂ ਹੋਵੇਗਾ, ਜਿਹਦੇ ਵਿੱਚੋਂ ਕਾਂਗਰਸੀ ਆਗੂਆਂ ਨੂੰ ਜਿਹੜਾ ਡਰ ਸਤਾਉਣਾ। ਤੁਹਾਡਾ ਵਿਊ ਪੁਆਇੰਟ ਆ ਗਿਆ ਜੀ ਢਿੱਲੋਂ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ। ਪੰਜੋਲੀ ਸਾਹਿਬ, ਤੁਸੀਂ ਆਪਣੀ ਗੱਲ ਜ਼ਰੂਰ ਕਹੋ, ਪਰ ਮੈਂ ਇੱਕ ਗੱਲ ਦਰਸ਼ਕਾਂ ਦੇ ਧਿਆਨ ਹੈ ਤੇ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਦਾਂ ਸ਼ੁਰੂ ਵਿੱਚ ਕਿਹਾ, ਸਿੱਖਾਂ ਦਾ ਮਿੰਨੀ ਪਾਰਲੀਮੈਂਟ ਹਾਊਸ, ਐਸਜੀਪੀਸੀ ਦੀ ਵੀ ਤਾਂ ਕਿਤੇ ਜ਼ਿੰਮੇਵਾਰੀ ਬਣਦੀ ਸੀ। ਜੇ ਸਰਕਾਰਾਂ ਥਿੜਕਦੀਆਂ ਰਹੀਆਂ, ਪਹਿਲਾਂ ਬਾਦਲ ਕਹਿੰਦੀ ਦੀ ਤਾਂ ਹਾਈ ਇਹਦੇ 'ਚ ਜਿਹੜੀ ਹੈਗੀ ਹੈ ਲੀਡਰਸ਼ਿਪ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਸਰਕਾਰ ਆਈ, ਐਸਜੀਪੀਸੀ ਦੀ ਭੂਮਿਕਾ ਵੀ ਕਿਤੇ ਦਬਾਅ ਵਾਲੀ ਨਜ਼ਰ ਨਹੀਂ ਆ ਰਹੀ ਜਿਹੜੀ ਆਉਣੀ ਚਾਹੀਦੀ ਸੀ। ਐਸਜੀਪੀਸੀ ਲਈ ਇਸ ਤੋਂ ਵੱਡਾ ਸਵਾਲ ਹੋਰ ਕੀ ਹੋ ਸਕਦਾ ਸੀ ਪੰਜੋਲੀ ਸਾਹਿਬ? ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਮੈਂ ਇਹ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਜੀ। 2 ਕਮਿਸ਼ਨ ਬਣ ਗਏ, 2 ਸਿੱਟਾਂ ਬਣ ਗਈਆਂ, ਨਤੀਜਾ ਕੁਛ ਨਹੀਂ ਨਿਕਲਿਆ। ਹਾਈ ਕੋਰਟ ਨੇ ਸਟੇ ਕਰ ਦਿੱਤਾ ਗਿਆ। ਇਸ ਬੜੀ ਗੱਲ ਸਪਸ਼ਟ ਹੈ, ਜਿੱਥੇ ਪੋਲੀਟੀਕਲ ਲੋਕ ਫਸਦੇ ਹੋਣ, ਜਿੱਥੇ ਬਿਊਰੋਕਰੇਟ ਲੋਕ ਫਸਦੇ ਹੋਣ, ਕੋਈ ਅਦਾਲਤ ਜਿਹੜੀ ਹੈ ਇਹੋ ਜਿਹੇ ਕੇਸਾਂ ਦੇ ਵਿੱਚ ਅੱਗੇ ਕੁਝ ਕਰਨ ਦਾ ਯਤਨ ਨਹੀਂ ਕਰੇਗੀ। ਨੰਬਰ ਦੂਸਰੀ ਗੱਲ, ਸਿੱਖਾਂ ਨੂੰ ਭਾਰਤੀ ਅਦਾਲਤਾਂ ਦੇ ਉੱਤੇ ਭਰੋਸਾ ਦਿਨ ਪ੍ਰਤੀ ਦਿਨ ਉੱਠਦਾ ਜਾ ਰਿਹਾ ਹੈ। ਇਸ ਮਸਲੇ ਪ੍ਰਤੀ ਮੈਂ 2 ਗੱਲਾਂ ਕਹਿਣੀਆਂ ਚਾਹੁੰਦਾ। ਇੱਕ ਤਾਂ ਅਮਰਿੰਦਰ ਸਿੰਘ ਜਿਹੜਾ ਕਹਿ ਰਹੇ ਨੇ ਕਿ ਮੈਂ ਸੁਪਰੀਮ ਕੋਰਟ ਵਿੱਚ ਜਾਵਾਂਗਾ, ਮੇਰੀ ਰਾਏ ਅਨੁਸਾਰ
ਉਹਨਾਂ ਨੂੰ ਸੁਪਰੀਮ ਕੋਰਟ ਜਾਣ ਦੀ ਬਜਾਏ ਪੰਜਾਬ ਦੀ ਧਰਤੀ ਦੇ ਉੱਤੇ ਚੰਗੇ ਅਫਸਰ ਲੱਭ ਕੇ ਉਹਨਾਂ ਦੀ ਦੁਆਰੇ ਇੱਕ ਸਿੱਟ ਬਣਾਉਣੀ ਚਾਹੀਦੀ ਹੈ। ਸਿੱਟ ਨੂੰ ਕਹਿਣਾ ਚਾਹੀਦਾ ਕਿ 3 ਮਹੀਨੇ ਦੇ ਅੰਦਰ ਅੰਦਰ ਮੈਨੂੰ ਇਹਦੀ ਰਿਪੋਰਟ ਚਾਹੀਦੀ ਹੈ। ਕੋਈ ਵੀ ਇਹਦੇ 'ਚ ਦੋਸ਼ੀ ਹੋਵੇ, ਕੋਈ ਇਹਦੇ 'ਚ ਜ਼ਿੰਮੇਵਾਰ ਹੋਵੇ, ਉਹਦਾ ਨਾਂ ਆਉਣਾ ਚਾਹੀਦਾ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ, ਹਰਕਮਲ ਜੀ ਨੇ ਵੀ ਕਹੀ ਸੀ ਤੇ ਢਿੱਲੋਂ ਸਾਹਿਬ ਨੇ ਵੀ ਕਹੀ ਕਿ ਗੁੱਸਾ ਰੋਹ ਜਿਹੜਾ ਪੰਜਾਬੀਆਂ ਦੇ ਅੰਦਰ, ਪੰਥ ਦੇ ਅੰਦਰ ਬਹੁਤ ਗੁੱਸਾ, ਉਹਨੂੰ ਲੀਡ ਕਰਨ ਦੀ ਜ਼ਰੂਰਤ ਹੈ। ਅੱਜ ਮੈਂ ਇਹ ਸਮਝਦਾ ਕਿ ਹੁਣ ਜਿਹੜੇ ਇਨਸਾਫ ਪਸੰਦ ਸਿੱਖ ਨੇ ਉਹਨਾਂ ਨੂੰ ਹਾਈ ਕੋਰਟ, ਸੁਪਰੀਮ ਕੋਰਟ ਦਾ ਬੂਹਾ ਖੜਕਾਉਣ ਦੀ ਬਜਾਏ ਉਹਨਾਂ ਨੂੰ ਪੰਥ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ। ਪੰਥ ਦੀ ਕਚਹਿਰੀ ਵਿੱਚ ਉਹਨਾਂ ਲੋਕਾਂ ਨੂੰ ਨੰਗਾ ਕਰਨਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਪਾਪ ਕੀਤੇ ਨੇ, ਜਿਨ੍ਹਾਂ ਲੋਕਾਂ ਨੇ ਇਹ ਪਾਪ ਕਰਵਾਏ ਨੇ, ਜਿਨ੍ਹਾਂ ਦੀਆਂ ਸਰਕਾਰਾਂ 'ਚ ਹੋਏ ਜਾਂ ਜਿਹੜੇ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਿੰਮੇਵਾਰ ਆਉਂਦੇ ਨੇ। ਤੀਜੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਮੈਂ ਸਪਸ਼ਟ ਕਰਨੀ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਬਾਰੇ ਕਰਨੀ ਚਾਹੁੰਦਾ, ਅਕਾਲੀ ਸਰਕਾਰ ਬਾਰੇ ਕਹਿਣਾ ਚਾਹੁੰਦਾ ਕਿ ਤਿੰਨਾਂ ਧਿਰਾਂ ਨੇ ਇਸ ਫੈਸਲੇ ਪ੍ਰਤੀ ਆਪਣਾ ਰੋਲ ਸਹੀ ਨਹੀਂ ਨਿਭਾਇਆ, ਜਿਹਦਾ ਨਤੀਜਾ ਨਿਕਲਿਆ ਕਿ ਪਿਛਲੀ ਸਰਕਾਰ ਦੇ ਵਿੱਚ ਐਡੀ ਹਿਸਟੋਰੀਕਲ ਪਾਰਟੀ ਜਿਹਨੇ ਇੰਨਾ ਲਹੂ ਡੋਲਿਆ ਦੇਸ਼ ਦੀ ਆਜ਼ਾਦੀ ਲਈ, ਗੁਰਦੁਆਰੇ ਦੀ ਲਹਿਰ, ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਪੰਥਕ ਜਦੋਜਹਿਦ ਕੀਤੀ, ਐਡੀਆਂ ਕੁਰਬਾਨੀਆਂ, ਐਡੀ ਸ਼ਹਾਦਤ, ਐਡੀਆਂ ਜੇਲ੍ਹਾਂ ਕੱਟੀਆਂ, ਐਡੀ ਹਿਸਟੋਰੀਕਲ ਪਾਰਟੀ ਨੂੰ ਜਿਹਦਾ ਇੱਕ ਲੰਮਾ ਇਤਿਹਾਸ ਹੋਵੇ, ਜਿਹਨੇ ਐਡੇ ਐਡੇ ਲੀਡਰ ਪੈਦਾ ਕੀਤੇ ਹੋਣ, ਅੱਜ ਉਹ ਪਾਰਟੀ ਤੀਸਰੇ ਨੰਬਰ ਦੀ ਮਤਲਬ ਪਾਰਟੀ ਬਣ ਕੇ ਪੰਜਾਬ ਦੀ ਸਰਕਾਰ ਤੇ ਇਸੇ ਕਰਕੇ ਆਈ ਕਿ ਉਹਨਾਂ ਨੇ ਆਪਣੀਆਂ ਗਲਤੀਆਂ ਕੀਤੀਆਂ ਤੇ ਉਹਨਾਂ ਖੁੱਲੇ ਆਮ ਪੰਥ ਦੀ ਕਚਹਿਰੀ ਵਿੱਚ ਮੰਨਣ ਦੀ ਬਜਾਏ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੇ ਯਤਨ ਕੀਤੇ। ਮੈਂ ਅੱਜ ਵੀ ਕਹਿਣਾ ਚਾਹੁੰਦਾ ਕਿ ਜਿੱਥੇ ਵੀ ਕਿਤੇ ਗਲਤੀਆਂ ਹੋਈਆਂ ਨੇ, ਭਾਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਹੋਈ, ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਹੋਈ, ਭਾਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਹੋਈ, ਕਿਸੇ ਪਲੇਟਫਾਰਮ ਤੇ ਹੋਈ, ਉਹਨਾਂ ਨੂੰ ਪੰਥ ਦੀ ਕਚਹਿਰੀ 'ਚ ਖਿਮਾ ਮੰਗ ਲੈਣੀ ਚਾਹੀਦੀ ਆ ਤਾਂ ਜਾ ਕੇ ਮਾਫੀ ਮਿਲ ਸਕਦੀ ਹੈ। ਨਹੀਂ ਤਾਂ ਜੋ ਹਾਲਾਤ ਬਣਦੇ ਜਾ ਰਹੇ ਨੇ ਉਹ ਬੜੇ ਸਪਸ਼ਟ ਨੇ ਕਿ ਰਾਜਨੀਤਿਕ ਲੋਕਾਂ ਤੋਂ ਲੋਕ ਅੱਕ ਚੁੱਕੇ ਨੇ, ਥੱਕ ਚੁੱਕੇ ਨੇ। ਮਿਹਰਬਾਨੀ, ਬਿਲਕੁਲ ਜਿਹੜਾ ਹੈਗਾ ਬਿਲਕੁਲ ਡਟ ਕੇ ਖੜੇ ਨੇ। ਥੈਂਕ ਯੂ ਹਰਕਮਲ ਜੀ। ਲਾਸਟ ਕਮੈਂਟ, ਜਿੱਦਾਂ ਪੰਜੋਲੀ ਸਾਹਿਬ ਨੇ ਕਿਹਾ, ਜੇ ਪ੍ਰਸਥਿਤੀਆਂ ਇਹੀ ਬਣੀਆਂ ਰਹੀਆਂ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਦੁਆਰ ਤੇ ਲਿਖਿਆ ਜਾ ਚੁੱਕਾ ਹੈ, ਬਹੁਤ ਵੱਡਾ ਮੁੱਦਾ ਬਣ ਸਕਦਾ ਫਿਰ ਪੰਜਾਬੀਆਂ ਦੇ ਲਈ। ਪੰਜਾਬੀ ਪੁੱਛਣਗੇ ਜਵਾਬ ਕਿ ਕਿਸ ਨੂੰ ਵੋਟ ਦੇਗੇ। ਲਾਸਟ ਇਲੈਕਸ਼ਨ 'ਚ ਵੀ ਇਹ ਇੱਕ ਬੜਾ ਇੰਪੋਰਟੈਂਟ ਮੁੱਦਾ ਸੀ। ਜਿਹੜੇ ਅਕਾਲੀ ਦਲ 60 ਸੀਟਾਂ ਤੋਂ 15 ਸੀਟਾਂ ਤੇ ਪਹੁੰਚਿਆ, ਉਹਦਾ ਮੁੱਖ ਕਾਰਨ ਇਹੋ ਹੀ ਸੀ ਕਿ ਉਹਨਾਂ ਨੇ ਸਿੱਖ ਪੰਥ ਨਾਲ ਧਰੋਹ ਕਮਾਇਆ ਜਾਂ ਪਿੱਠ ਦਿਖਾਈ। ਮੈਨੂੰ ਜੋ ਨਜ਼ਰ ਆ ਰਿਹਾ ਹੈ ਕਿ ਅੱਜ ਦੀ ਡੇਟ 'ਚ ਕਾਂਗਰਸ ਦਾ ਵੀ ਜੇ ਇਸ ਘੁੰਮਣ ਘੇਰੀ 'ਚੋਂ ਨਿਕਲ ਨਾ ਸਕੇ, ਇਸ ਕ੍ਰਾਈਸਿਸ 'ਚੋਂ ਨਿਕਲ ਨਾ ਸਕੇ, ਇਹਨਾਂ ਦਾ ਹਾਲ ਵੀ ਉਹੀ ਹੋਏਗਾ, ਕੋਈ ਉਹਦੇ ਤੋਂ ਬੈਟਰ ਨਹੀਂ ਹੋਏਗਾ। ਔਰ ਪੰਜਾਬ ਦੇ ਲੋਕ ਜਿਹੜੇ ਨੇ, ਜੋ ਮੈਨੂੰ ਨਜ਼ਰ ਆ ਰਿਹਾ ਹੈ, ਉਹ ਦੋ ਇਹਨਾਂ ਪਾਰਟੀਆਂ ਨੂੰ ਛੱਡ ਕੇ ਉਹ ਕਿਸੇ ਤੀਜੀ ਧਿਰ ਵੱਲ ਦੇਖਣ ਲੱਗ ਪਏ ਨੇ। ਲੋਕਾਂ ਦੀ ਮੰਗ ਹੈਗੀ ਏ ਕਿ ਪੰਜਾਬ 'ਚ ਕੋਈ ਤੀਜੀ ਧਿਰ ਉੱਠੇ ਔਰ ਇਹ ਜਿਹੜੀਆਂ ਦੋ ਪਾਰਟੀਆਂ ਆਪਸ 'ਚ ਰਲ ਕੇ ਰਾਜ ਚਲਾਉਣ ਦੀਆਂ ਆਦੀ ਹੋ ਗਈਆਂ, ਇਹਨਾਂ ਨੂੰ ਇੱਕ ਵਾਰੀ ਬਾਹਰ ਦਾ ਰਸਤਾ ਦਿਖਾਇਆ ਜਾਏ। ਥੈਂਕ ਯੂ। ਚਲੋ ਜੀ, ਲਾਸਟ ਕਮੈਂਟ ਇਸ ਮੁੱਦੇ ਦੇ ਉੱਤੇ। ਬਿਲਕੁਲ ਠੀਕ ਗੱਲ ਕਹੀ ਹੈ ਹਰਕਮਲ ਜੀ ਨੇ ਕਿ ਇਸ ਵੇਲੇ ਲੋਕਾਂ ਦੇ ਵਿੱਚ ਇੱਕ ਤਾਂ ਕਿਸਾਨੀ ਅੰਦੋਲਨ ਤੇ ਇੱਕ ਤੁਸੀਂ ਦੇਖੋ ਵੀ ਪੰਜਾਬ ਦੀ ਧਰਤੀ ਦੇ ਉੱਤੇ ਸਭ ਤੋਂ ਗੱਲ ਮਮਤਾ ਬੈਨਰਜੀ ਦੀ ਹੁੰਦੀ ਹੈ ਵੀ ਜੋ ਕੱਲੀ ਐਡੀ ਵੱਡੀ ਧਿਰ ਦੇ ਨਾਲ ਲੜਾਈ ਲੜ ਸਕਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਇਹਨਾਂ ਆਗੂਆਂ ਨੇ ਜੋ ਕੁਝ ਕੀਤਾ ਉਹ ਸਭ ਦੇ ਸਾਹਮਣੇ ਹੈ। ਕੋਈ ਤੀਜੀ ਧਿਰ ਜੇ ਪੰਜਾਬ 'ਚ ਸਥਾਪਿਤ ਹੁੰਦੀ ਹੈ, ਮੈਨੂੰ ਲੱਗਦਾ ਅਗਲੇ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਤਿੰਨੇ ਰਵਾਇਤੀ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ। ਕਿਸੇ ਤੀਜੀ ਧਿਰ ਵੱਲ ਕੋਈ ਜੇ ਉਹਨਾਂ ਤੋਂ ਆਸ ਨਜ਼ਰ ਆਉਂਦੀ ਹੋਵੇ, ਕੋਈ ਲੀਡ ਕਰਨ ਵਾਲਾ ਬੰਦਾ ਚੰਗਾ ਇਮਾਨਦਾਰ ਸ਼ਖਸੀਅਤ ਹੋਵੇ, ਉਸ ਤੋਂ ਇਹ ਚੰਗੀ ਆਸ ਜ਼ਰੂਰ ਪੰਜਾਬ ਦੀ ਪਾਰਟੀ ਜਿਹੜੀ ਰਾਜਸੀ ਧਿਰ ਜਾਂ ਪੰਜਾਬ ਦੇ ਲੋਕ ਆ ਉਹਦੀ ਉਮੀਦ ਕਰਦੇ ਨੇ। ਮਿਹਰਬਾਨੀ। ਇਸ ਅਹਿਮ ਮੁੱਦੇ ਤੇ ਆਉਣ ਦੇ ਲਈ, ਜਿਹੜਾ ਸਾਡੇ ਸਾਰੇ ਪੰਜਾਬੀਆਂ ਦੇ ਲਈ ਇਸ ਤੋਂ ਵੱਡਾ, ਮੈਂ ਕਿਹਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਇਸ ਤੋਂ ਵੱਡਾ ਸਵਾਲ ਹੋ ਨਹੀਂ ਸਕਦਾ ਕਿ ਕਦੋਂ ਮਿਲੇਗਾ ਇਨਸਾਫ। ਇਸ ਮਾਮਲੇ ਤੇ ਆਉਣ ਦੇ ਲਈ ਆਪਣੇ ਸਾਰੇ ਮਹਿਮਾਨਾਂ ਦਾ ਜਿੱਥੇ ਧੰਨਵਾਦੀ ਹਾਂ,
ਪੰਜੋਲੀ ਜੀ ਆਪਣੇ ਕਮੈਂਟਸ ਦੇਣਾ ਚਾਹੁੰਦੇ ਆ। ਪੰਜੋਲੀ ਜੀ ਪਲੀਜ਼ ਜ਼ਰੂਰ ਆਪਣੀ ਗੱਲ ਮੁਕੰਮਲ ਕਰਿਓ। ਪੰਜੋਲੀ ਸਾਹਿਬ। ਸਿੱਧੂ ਸਾਹਿਬ ਮੇਰੀ ਇੱਕ ਗੱਲ ਬੇਨਤੀ ਹੈ। ਮੈਂ ਬੜੇ ਸਪਸ਼ਟ ਸ਼ਬਦਾਂ ਵਿੱਚ ਇੱਕ ਗੱਲ ਹੋਰ ਕਹਿਣੀ ਚਾਹੁੰਦਾ। ਪੰਜਾਬ ਦਾ ਬਾਗ ਬਰਾਨ ਹੋ ਗਿਆ, ਸਿੱਖੀ ਦਾ ਬਾਗ ਬਰਾਨ ਹੋ ਗਿਆ। ਅੱਜ ਨਾ ਪੰਜਾਬ ਕੋਲ ਕੋਈ ਆਗੂ ਹੈ, ਨਾ ਪੰਥ ਕੋਲ ਕੋਈ ਆਗੂ ਹੈ। ਇਹ ਦੋਨੇ ਗੱਲਾਂ ਤਾਂ ਅਸੀਂ ਲਵਾਰਸ ਹੋਏ ਪਏ ਹਾਂ। ਪੰਜਾਬ ਦੇ ਲੋਕ ਤੇ ਪੰਜਾਬੀਆਂ ਨੂੰ ਤੇ ਸਿੱਖ ਪੰਥ ਨੂੰ ਇੱਕ ਯਤਨ ਕਰਨਾ ਚਾਹੀਦਾ ਕਿ ਦੋਹੇ ਪਲੇਟਫਾਰਮਾਂ ਦੇ ਉੱਤੇ ਕਿ ਪੰਜਾਬ ਦੇ ਬਾਗ ਦਾ ਮਾਲੀ ਤੇ ਪੰਥ ਦੇ ਬਾਗ ਦਾ ਮਾਲੀ ਲੱਭਿਆ ਜਾਣਾ ਚਾਹੀਦਾ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮਚ। ਇਸ ਅਹਿਮ ਤੇ ਵੱਡੇ ਮੁੱਦੇ ਤੇ ਆਉਣ ਦੇ ਲਈ, ਜਿੱਦਾਂ ਮੈਂ ਕਿਹਾ ਕਿ ਪੰਜਾਬੀਆਂ ਲਈ ਇਸ ਤੋਂ ਵੱਡਾ ਮੁੱਦਾ ਕੋਈ ਹੋ ਨਹੀਂ ਸਕਦਾ। ਮੈਂ ਆਪਣੇ ਮਹਿਮਾਨਾਂ ਦਾ, ਜਿਨ੍ਹਾਂ 'ਚ ਪੰਜੋਲੀ ਸਾਹਿਬ ਨੇ, ਹਰਕਮਲ ਜੀ ਨੇ, ਜਸਪਾਲ ਢਿੱਲੋਂ ਨੇ, ਛਿੱਬੜ ਸਾਹਿਬ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਜਿਹੜੇ ਕਿ ਮੇਰੀ ਬੇਨਤੀ ਕਰਕੇ ਆਏ। ਦਰਸ਼ਕਾਂ ਦੇ ਲਈ ਸੁਨੇਹਾ, ਇਸ ਬਹਿਸ ਦੇ ਵਿੱਚ ਜੋ ਸਵਾਲ ਉੱਭਰ ਕੇ ਸਾਹਮਣੇ ਆਇਆ ਕਿ ਪੰਜਾਬੀਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਰਵਾਇਤੀ ਧਿਰਾਂ ਦੀ ਥਾਂ ਆਓ ਉਹਨਾਂ ਲੋਕਾਂ ਨੂੰ ਲੈ ਕੇ ਆਈਏ ਜਿਹੜਾ ਤੁਹਾਡੇ ਅੱਗੇ ਜਵਾਬਦੇਹ ਹੋਣਗੇ। ਹੋਰ ਬਗੈਰ ਕਿਸੇ ਟਿੱਪਣੀ ਦੇ ਇਹ ਸਵਾਲ ਮੈਂ ਤੁਹਾਡੇ ਤੇ ਛੱਡ ਕੇ ਇਸ ਦੇ ਨਾਲ ਜਿੱਥੇ ਇਜਾਜ਼ਤ ਲਵਾਂਗਾ ਉੱਥੇ ਮੈਂ ਇਸ ਗੱਲ ਦੀ ਤਵੱਕੁ ਵੀ ਕਰਦਾ ਹਾਂ ਕਿ ਇਹ ਸੁਨੇਹਾ ਤੁਸੀਂ ਆਪਣੇ ਸੰਬੰਧ ਜਿਹੜੇ ਦੋਸਤਾਂ ਮਿੱਤਰਾਂ ਹਲਕਿਆਂ ਦੇ ਵਿੱਚ ਹੀ ਆਪਣੇ ਸੋਰਸਿਸ ਦੇ ਰਾਹੀਂ ਜ਼ਰੂਰ ਪਹੁੰਚਾਓਗੇ। ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਵੱਲੋਂ ਜਿੱਥੇ ਆਪਣੇ ਮਹਿਮਾਨਾਂ ਦਾ ਧੰਨਵਾਦੀ ਤਾਂ ਹਾਂ ਹੀ, ਇੱਥੇ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।